सुन शब्द विचारा। ਵੀਕਲੀ ਲੜੀਵਾਰ ਸ਼ੋਅ ਗੁਰਗਿਆਨ ਦਾ ਨਗਾਰਾ ਦੇਖ ਰਹੇ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਮੈਂ ਹਾਂ ਸੁਖਮਨ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰਗਿਆਨ ਦਾ ਨਗਾਰਾ ਸ਼ੋਅ ਦਾ 5ਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਤੁਹਾਨੂੰ ਸੁਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਸਾਡੇ ਪਹਿਲੇ 4 ਐਪੀਸੋਡ ਨੂੰ ਸੰਗਤਾਂ ਦਾ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਹੈ। ਅਸੀਂ ਹਰ ਇੱਕ ਮਹੀਨੇ ਦੇ ਪਹਿਲੇ ਹਫ਼ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿੱਚੋਂ ਅਜੋਕੇ ਯੁੱਗ ਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਤੇ ਸਾਡੇ ਘਰਾਂ ਵਿੱਚ ਕੰਮ ਦੇਣ ਵਾਲੇ ਨੁਕਤੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਦੂਜੇ ਹਫ਼ਤੇ ਗੁਰੂ ਇਤਿਹਾਸ ਵਿੱਚੋਂ ਇੱਕ ਸਾਖੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਸੀ। ਤੀਜੇ ਹਫ਼ਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਸੇਵਾ ਦੀ ਇੰਪੋਰਟੈਂਸ ਬਾਰੇ ਸੁਣਿਆ ਸੀ ਅਤੇ ਚੌਥੇ ਹਫ਼ਤੇ ਯਾਨੀ ਕਿ ਪਿਛਲੇ ਹਫ਼ਤੇ ਨੌਜਵਾਨ ਮਾਪਿਆਂ ਲਈ ਪੈਰੈਂਟਿੰਗ ਦੇ ਬਹੁਤ ਹੀ ਕਮਾਲ ਦੇ ਨੁਕਤੇ ਤੁਹਾਡੇ ਨਾਲ ਸਾਂਝੇ ਕੀਤੇ ਸਨ। ਬਹੁਤ ਸਾਰੇ ਨੌਜਵਾਨ ਅਤੇ ਮਾਪਿਆਂ ਨੇ ਆਪਣੇ ਵਿਚਾਰ ਭੇਜ ਕੇ ਸਾਡਾ ਹੌਸਲਾ ਵਧਾਇਆ ਹੈ। ਤੁਹਾਡੇ ਵਿੱਚੋਂ ਜੇ ਕੋਈ ਸਾਡੇ ਪਿਛਲੇ 4 ਐਪੀਸੋਡ ਨਹੀਂ ਦੇਖ ਸਕੇ ਤਾਂ ਉਹ ਸਾਡੇ YouTube ਚੈਨਲ ਗੁਰਗਿਆਨ TV ਤੇ ਜਾ ਕੇ ਪਲੇਲਿਸਟ ਗੁਰਗਿਆਨ ਦਾ ਨਗਾਰਾ ਵਿੱਚੋਂ ਦੇਖ ਸਕਦੇ ਹਨ। YouTube ਤੇ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਅਤੇ ਸਾਡੇ YouTube ਚੈਨਲ ਗੁਰਗਿਆਨ TV ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਤੁਸੀਂ ਸਾਡੇ YouTube ਚੈਨਲ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਵੀ ਕਰ ਸਕਦੇ ਹੋ। ਹਰ ਇੱਕ ਗੁਰਸਿੱਖ ਨੂੰ ਅਰਥਾਂ ਸਮੇਤ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਅੱਜ 5ਵਾਂ ਹਫ਼ਤਾ ਹੈ। ਅੱਜ ਮਹੀਨੇ ਦਾ ਪਹਿਲਾ ਹਫ਼ਤਾ ਵੀ ਹੈ ਅਤੇ ਸਾਡੇ ਇਸ ਸ਼ੋਅ ਦਾ 5ਵਾਂ ਹਫ਼ਤਾ ਹੈ। ਆਓ ਗਿਆਨੀ ਰਾਮ ਸਿੰਘ ਚਹਿਲਾ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਖਜ਼ਾਨੇ ਬਾਰੇ ਵਿਚਾਰ ਸਰਵਣ ਕਰੀਏ ਜੀ। ਗੁਰਗਿਆਨ ਦਾ ਨਗਾਰਾ ਸ਼ੋਅ ਦੇ ਸਮੂਹ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 5ਵਾਂ ਐਪੀਸੋਡ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋਏ ਹਾਂ। ਪਿਛਲੇ 4 ਐਪੀਸੋਡਸ ਨੂੰ ਬਹੁਤ ਭਰਮਾ ਹੁੰਗਾਰਾ ਮਿਲਿਆ ਅਤੇ ਅੱਜ ਮਹੀਨੇ ਦਾ ਪਹਿਲਾ ਐਪੀਸੋਡ ਹੈ। ਇਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਨੁਕਤੇ ਆਪਾਂ ਵਿਚਾਰਿਆ ਕਰਨੇ ਨੇ। ਅਰਦਾਸ ਦੀ ਬੜੀ ਪਿਆਰੀ ਪੰਕਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਆਪਾਂ ਸ਼ੁਰੂਆਤ ਕਰਾਂਗੇ ਗੁਰਬਾਣੀ ਸਾਡੇ ਤੱਕ ਕਿਵੇਂ ਪਹੁੰਚੀ। ਗੁਰਬਾਣੀ ਰੱਬੀ ਉਪਦੇਸ਼ ਹੈ, ਗੁਰਬਾਣੀ ਰੱਬ ਦੀ ਆਵਾਜ਼ ਹੈ, ਗੁਰਬਾਣੀ ਰੱਬ ਦੇ ਉਪਦੇਸ਼ ਨੇ ਅਤੇ ਗੁਰਬਾਣੀ ਰੱਬ ਦਾ ਸੱਚਾ ਗਿਆਨ ਹੈ, ਸਤਿਗੁਰ ਸਰੂਪ ਹੈ। ਆਇਆ ਕਿਵੇਂ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗੁਰਬਾਣੀ ਦੇ ਰਚਨਹਾਰੇ ਨੇ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਪਹਿਲੇ 5 ਗੁਰੂ ਸਾਹਿਬਾਨ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅਤੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਇਹ 5 ਗੁਰੂ ਸਾਹਿਬਾਨ ਅਤੇ 9ਵੇਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇਹਨਾਂ 6 ਗੁਰੂ ਸਾਹਿਬਾਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। 6ਵੇਂ 7ਵੇਂ ਅਤੇ 8ਵੇਂ ਪਾਤਸ਼ਾਹ ਨੇ ਬਾਣੀ ਉਚਾਰਨ ਨਹੀਂ ਕੀਤੀ ਅਤੇ 10ਵੇਂ ਪਾਤਸ਼ਾਹ ਨੇ ਆਪਣੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਨਹੀਂ ਕੀਤੀ। 6 ਗੁਰੂ ਸਾਹਿਬਾਨਾਂ ਦੀ, 15 ਭਗਤਾਂ ਦੀ, 11 ਭੱਟਾਂ ਦੀ ਅਤੇ ਗੁਰੂ ਕੇ ਗੁਰਸਿੱਖਾਂ ਦੀ ਵੀ ਬਾਣੀ ਹੈ। ਭਾਈ ਸੱਤਾ ਜੀ, ਭਾਈ ਬਲਵੰਡ ਜੀ ਗੁਰੂ ਘਰ ਦੇ ਕੀਰਤਨੀਏ ਹੋਏ ਨੇ ਅਤੇ ਉਹਨਾਂ ਦੀ ਉਚਾਰਨ ਕੀਤੀ ਹੋਈ ਰਾਮਕਲੀ ਰਾਗ ਦੇ ਵਿੱਚ ਵਾਰ ਹੈ। ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਅੰਸ ਵੰਸ ਵਿੱਚੋਂ ਉਹਨਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਰਾਮਕਲੀ ਰਾਗ ਵਿੱਚ ਸਦ ਨਾਮ ਦੀ ਉਹਨਾਂ ਦੀ ਬਾਣੀ ਹੈ। ਇਸ ਤਰ੍ਹਾਂ ਗੁਰਸਿੱਖਾਂ ਦੀ, ਭੱਟਾਂ ਦੀ, ਭਗਤਾਂ ਦੀ ਅਤੇ 6 ਗੁਰੂ ਸਾਹਿਬਾਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੈ, ਜੋ ਆਪਾਂ ਨਿੱਤ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ। ਗੁਰਬਾਣੀ ਆਈ ਕਿਵੇਂ? ਦੇਖੋ, ਆਪਾਂ ਸੰਸਾਰ ਵਿੱਚ ਜੀਵਨ ਜਿਉਂਦੇ ਹਾਂ, ਇਸ ਦੁਨੀਆ ਨੂੰ ਦੇਖਦੇ ਹਾਂ, ਦੁਨੀਆ ਦੇ ਵਿੱਚ ਜੀਵਨ ਜਿਉਂਦੇ ਹਾਂ, ਦੁਨੀਆ ਨਾਲ ਵਰਤੋਂ ਵਿਵਹਾਰ ਕਰਦੇ ਹਾਂ, ਪਰ ਗੁਰਬਾਣੀ ਦੇ ਰਚਨਹਾਰਿਆਂ ਨੇ ਸਭ ਕੁਝ ਨੂੰ ਬੜੇ ਗੌਰ ਨਾਲ ਤੱਕਿਆ। ਉਹਨਾਂ ਜਦੋਂ ਕੁਦਰਤ ਨੂੰ ਦੇਖਿਆ ਤਾਂ ਕੁਦਰਤ ਦੇ ਵਿੱਚ ਬਨਸਪਤੀ ਦੇ ਵਿੱਚ ਉਹ ਹਰਾ ਰੰਗ ਕੌਣ ਭਰ ਜਾਂਦਾ ਹੈ,
ਉਹਦੇ ਵਿੱਚ ਫੁੱਲ ਕਿਹੜੀ ਸ਼ਕਤੀ ਹੈ ਜਿਹੜੀ ਫੁੱਲ ਪੈਦਾ ਕਰ ਦਿੰਦੀ ਹੈ, ਉਹ ਕਿਹੜੀ ਸ਼ਕਤੀ ਹੈ ਜਿਹੜੀ ਫੁੱਲਾਂ ਦੇ ਵਿੱਚ ਰੰਗ ਭਰ ਦਿੰਦੀ ਹੈ, ਸੁਗੰਧੀਆਂ ਭਰ ਦਿੰਦੀ ਹੈ। ਕਮਾਲ ਹੈ। ਫਿਰ ਜਦੋਂ ਉਹਨਾਂ ਨੇ ਇਸ ਕੁਦਰਤ ਨੂੰ ਤੱਕਿਆ ਤਾਂ ਮਹਿਸੂਸ ਕੀਤਾ ਕਿ ਇਸ ਕੁਦਰਤ ਦੇ ਵਿੱਚ ਉਹ ਸ਼ਕਤੀ ਹੈ ਜਿਹੜੀ ਸ਼ਕਤੀ ਸਮੁੱਚੇ ਯੂਨੀਵਰਸ ਨੂੰ ਇੱਕ ਨੈਟਵਰਕ, ਕਮਾਲ ਦਾ ਨੈਟਵਰਕ, ਇੱਕ ਆਪਰੇਟਿੰਗ ਸਿਸਟਮ, ਇਨਫਿਨਾਈਟ ਆਪਰੇਟਿੰਗ ਸਿਸਟਮ, ਜਿਹੜਾ ਅਸੀਮ, ਲੱਭਿਆ ਹੀ ਨਹੀਂ ਜਾ ਸਕਦਾ, ਜਾਣਿਆ ਹੀ ਨਹੀਂ ਜਾ ਸਕਦਾ, ਉਸ ਆਪਰੇਟਿੰਗ ਸਿਸਟਮ ਦੇ ਨਾਲ ਇਹ ਸਾਰੀ ਕੁਦਰਤ ਦੇ ਵਰਤਾਰੇ ਚੱਲ ਰਹੇ ਨੇ। ਕਿੱਦਾਂ ਸਮੁੰਦਰ ਦੇ ਵਿੱਚੋਂ ਪਾਣੀ ਬਾਸ਼ਪੀਕਰਨ ਹੋ ਜਾਂਦਾ ਹੈ, ਉੱਪਰ ਜਾ ਕੇ ਬੱਦਲ ਬਣ ਜਾਂਦੇ ਨੇ, ਕਿਵੇਂ ਉਸ এনवायरमेंट ਦੇ ਵਿੱਚ, ਉਸ ਵਾਤਾਵਰਣ ਦੇ ਵਿੱਚ ਉਹ ਪਹਾੜਾਂ ਦੇ ਉੱਪਰ ਜਾ ਕੇ ਜੰਮਦਾ ਹੈ, ਉੱਥੋਂ ਪਿੰਘਲਦਾ ਹੈ, ਝਰਨੇ ਬਣਦੇ ਨੇ, ਨਦੀਆਂ ਬਣਦੀਆਂ ਨੇ, ਅੱਗੋਂ ਆ ਕੇ ਖੇਤੀ ਸਿੰਜੀ ਜਾਂਦੀ ਹੈ। ਤਾਂ ਉਹ ਜਿਹੜੀ ਸ਼ਕਤੀ, ਜਿਸ ਸ਼ਕਤੀ ਦਾ ਆਪਰੇਟਿੰਗ ਸਿਸਟਮ ਚੱਲ ਰਿਹਾ ਹੈ, ਜਿਸ ਆਪਰੇਟਿੰਗ ਸਿਸਟਮ ਨੂੰ ਗੁਰਬਾਣੀ ਅੰਦਰ ਹੁਕਮ ਕਿਹਾ, ਉਹਦਾ ਨਿਜ਼ਮ ਹੈ, ਜਿਹਨੂੰ ਲਾ ਆਫ ਕ੍ਰੀਏਸ਼ਨ ਕਿਹਾ, ਉਸ ਸ਼ਕਤੀ ਦੇ ਨਾਲ ਉਹਨਾਂ ਗੁਰਬਾਣੀ ਦੇ ਰਚਨਹਾਰਿਆਂ ਨੇ ਪਿਆਰ ਪਾਇਆ। ਫਿਰ ਉਹਨਾਂ ਦੇਖਿਆ ਕਿ ਕਿਸੇ ਜੀਵਾਂ ਦੇ ਕੋਲ ਬੜੀ ਮਿਠਾਸ ਹੈ, ਕੁਝ ਜੀਵ ਪਸ਼ੂ ਪੰਛੀ ਬੜੇ ਰੁੱਖੇ ਨੇ, ਕੌੜੇ ਨੇ। ਉਹਨਾਂ ਦੇਖਿਆ ਕਾਂ ਦੇ ਕੋਲ ਰੁੱਖੀ ਬੋਲੀ ਹੈ, ਕੋਇਲ ਦੇ ਕੋਲ ਬੜੀ ਮਿੱਠੀ ਬੋਲੀ ਹੈ। ਤਾਂ ਕੋਈ ਸ਼ਕਤੀ ਤਾਂ ਹੈ ਨਾ ਜਿਹੜੀ ਇਹਨਾਂ ਦੇ ਅੰਦਰ ਇਸ ਤਰ੍ਹਾਂ ਦੀ ਆਦਤ ਭਰਦੀ ਹੈ। ਕੋਇਲ ਦੇ ਬੱਚੇ ਮਿੱਠੀ ਬੋਲੀ ਵਾਲੇ ਹੀ ਪੈਦਾ ਹੁੰਦੇ ਨੇ ਤੇ ਕਾਂ ਦੇ ਬੱਚੇ ਰੁੱਖੀ ਬੋਲੀ ਵਾਲੇ ਹੀ ਪੈਦਾ ਹੁੰਦੇ ਨੇ। ਉਸ ਨਿਜ਼ਮ ਨੂੰ, ਉਸ ਵਰਤਾਰੇ ਨੂੰ ਕੋਈ ਸ਼ਕਤੀ ਹੈ ਜਿਹੜੀ ਆਪਰੇਟ ਕਰ ਰਹੀ ਹੈ। ਤਾਂ ਉਸ ਸ਼ਕਤੀ ਨੂੰ ਉਹਨਾਂ ਗੁਰਬਾਣੀ ਦੇ ਰਚਨਹਾਰਿਆਂ ਨੇ ਪਿਆਰ ਕੀਤਾ, ਪਿਆਰ ਵੀ ਗੂੜਾ ਪਿਆਰ ਕੀਤਾ। ਫਿਰ ਉਹਨਾਂ ਦੇਖਿਆ ਕਿ ਉਹ ਸ਼ਕਤੀਆਂ ਬਣ ਕੇ ਪਾਣੀ ਦੇ ਵਿੱਚ ਉਹਦੀ ਸ਼ਕਤੀ ਹੈ ਤੇ ਉਸ ਸ਼ਕਤੀ ਦਾ ਇੱਕ ਸੁਭਾਅ ਹੈ, ਪਾਣੀ ਨਿਮਰਤਾ ਵੱਲ ਨੂੰ ਜਾਂਦਾ ਹੈ, ਪਾਣੀ ਦੇ ਕੋਲ ਠੰਡਕ ਹੈ, ਪਾਣੀ ਪਰਉਪਕਾਰ ਕਰਦਾ ਹੈ। ਉਹਨਾਂ ਅੱਗ ਨੂੰ ਦੇਖਿਆ, ਅੱਗ ਨਿਜ਼ਮ ਵਿੱਚ ਚੱਲਦੀ ਹੈ, ਪਰਉਪਕਾਰ ਕਰਦੀ ਹੈ, ਬੇਨਿਜ਼ਮਾਂ ਚੱਲਦੀ ਹੈ ਤਾਂ ਤਬਾਹੀ ਲਿਆ ਦਿੰਦੀ ਹੈ। ਤਾਂ ਉਸ ਸ਼ਕਤੀ ਦੇ ਵਰਤਾਰਿਆਂ ਨੂੰ ਜਦੋਂ ਉਹਨਾਂ ਦੇਖਿਆ ਤੇ ਉਸ ਦੇ ਨਾਲ ਪਿਆਰ ਪਾਇਆ ਤਾਂ ਉਸ ਨੂੰ ਵੱਖ-ਵੱਖ ਨਾਮ ਦਿੱਤੇ ਗਏ। ਫਿਰ ਉਹਨਾਂ ਨੇ ਉਸ ਪਿਆਰ ਨੂੰ, ਉਸ ਦੇ ਨਿਜ਼ਮਾਂ ਨੂੰ ਇਹਨਾਂ ਵਰਤਾਰਿਆਂ ਵਿੱਚੋਂ ਜਦੋਂ ਸਮਝਿਆ ਤੇ ਕਹਿ ਦਿੱਤਾ ਕਿ ਰੱਬ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਹੈ। ਤੇ ਹਰ ਵਰਤਾਰੇ ਵਿੱਚੋਂ ਜਦੋਂ ਉਹਨਾਂ ਨੇ ਸਿੱਖਿਆ ਤਾਂ ਉਹਨਾਂ ਨੇ ਉਸ ਸ਼ਕਤੀ ਨੂੰ ਸਤਿਗੁਰ ਸਰੂਪ ਕਹਿ ਦਿੱਤਾ। ਉਹਦੇ ਨਾਲ ਸਾਂਝ ਪਾਈ, ਜਿਉਿਆਂ ਆਪਣੇ ਅੰਦਰ ਐਸਾ ਸਮੋਇਆ ਕਿ ਉਹ ਪਿਆਰ ਵਿੱਚ ਭਿੱਜ ਕੇ ਜੋ ਜੀਵਨ ਜਿਉਿਆਂ। ਤੇ ਜਦੋਂ ਉਹ ਜਿਹੜੀ ਸਮਝ ਆਈ ਉਸ ਸ਼ਕਤੀ ਬਾਰੇ, ਸ਼ਕਤੀ ਦੇ ਵਰਤਾਰਿਆਂ ਬਾਰੇ, ਉਸ ਸ਼ਕਤੀ ਦੇ ਗੁਣਾਂ ਬਾਰੇ, ਤੇ ਜਦੋਂ ਲੋਕਾਂ ਨੂੰ ਦੱਸਿਆ ਪਿਆਰ ਵਿੱਚ ਭਿੱਜ ਕੇ, ਉਹਨੂੰ ਗੁਰਬਾਣੀ ਕਹਿੰਦੇ ਨੇ। ਤੇ ਗੁਰਬਾਣੀ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ 250 ਸਾਲ ਪਹਿਲਾਂ 1173 ਈਸਵੀ ਨੂੰ, ਸਨ ਈਸਵੀ 1173, ਇਹ 250 ਸਾਲ ਪਹਿਲਾਂ ਇੱਕ ਸ਼ੇਖ ਜਲਾਲਉਦੀਨ ਸੁਲੈਮਾਨ ਹੋਇਆ। ਉਹਦੇ ਘਰ ਦੇ ਵਿੱਚ ਇਹ ਭਗਤ ਫਰੀਦ ਜੀ ਦਾ ਜਨਮ ਹੁੰਦਾ ਹੈ। ਉਹਨਾਂ ਦਾ ਪਿੰਡ ਕੋਠੀਵਾਲ, ਉਸ ਪਿੰਡ ਨੂੰ ਹੁਣ ਇਸ ਵੇਲੇ ਚਾਵਲੀ ਮਸ਼ਾਇਖ ਕਹਿੰਦੇ ਨੇ। ਇੱਥੇ ਸ਼ੇਖ ਜਲਾਲਉਦੀਨ ਸੁਲੈਮਾਨ ਦੇ ਘਰ 1173 ਨੂੰ ਭਗਤ ਫਰੀਦ ਜੀ ਦਾ ਜਨਮ ਪਿੰਡ ਚਾਵਲੀ ਮਸ਼ਾਇਖ, ਜਿਹਨੂੰ ਉਸ ਵੇਲੇ ਕੋਠੀਵਾਲ ਕਹਿੰਦੇ ਸੀ, ਉੱਥੇ ਜਨਮ ਹੁੰਦਾ ਹੈ। ਤੇ ਉਸ ਵੇਲੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨਾਮ ਦਾ ਇੱਕ ਮਹਾਤਮਾ ਹੋਇਆ, ਉਹਨਾਂ ਦੇ ਇਹ ਮੁਰੀਦ ਹੋਏ ਨੇ ਭਗਤ ਫਰੀਦ ਜੀ। ਇਹਨਾਂ ਦੀ ਮਾਤਾ ਜੀ ਦਾ ਨਾਮ ਮਰੀਅਮ, ਤੇ ਇਹਨਾਂ ਦਾ ਵਿਆਹ, ਭਗਤ ਫਰੀਦ ਜੀ ਦਾ ਵਿਆਹ ਦਿੱਲੀ ਦੇ ਬਾਦਸ਼ਾਹ ਨਾਸਰਉਦੀਨ ਮਹਿਮੂਦ ਦੀ ਬੇਟੀ ਹਜ਼ਵਰਾ ਦੇ ਨਾਲ ਹੋਇਆ। ਇਹਨਾਂ ਨੇ ਆਪਣੀ ਪਤਨੀ ਹਜ਼ਵਰਾ ਨੂੰ ਦਰਵੇਸੀ ਲਿਬਾਸ ਪਹਿਨਾ ਕੇ ਆਪਣੇ ਨਾਲ ਰੱਖਿਆ। 93 ਸਾਲ ਦੀ ਉਮਰ ਬਿਤਾਈ। 1266 ਈਸਵੀ ਨੂੰ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਜਗ੍ਹਾ ਦੇ ਉੱਪਰ ਅਸਥਾਨ ਬਣਿਆ। ਅੱਗੋਂ ਉਹਨਾਂ ਦੀ ਗੱਦੀ ਦੇ ਗੱਦੀ ਨਸ਼ੀਨ ਬੈਠੇ
ਉਹਨਾਂ ਤੋਂ ਬਾਅਦ ਦੂਸਰੇ ਤੀਸਰੇ ਚੌਥੇ ਗੱਦੀ ਚੱਲਦੀ ਰਹੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਉਹਨਾਂ ਦੀ ਗੱਦੀ ਤੇ ਸ਼ੇਖ ਬ੍ਰਹਮ, ਜਿਨ੍ਹਾਂ ਨੂੰ ਸ਼ੇਖ ਇਬਰਾਹਿਮ ਵੀ ਕਹਿੰਦੇ ਨੇ, ਉਹ ਗੱਦੀ ਤੇ ਬੈਠੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ, ਧਰਮ ਕੀ ਹੈ। ਦੁਨੀਆ ਕਹਿੰਦੀ ਧਰਮ ਦੇ ਕਰਮ ਨਿਭਾਉਣਾ ਧਰਮ ਹੈ। ਗੁਰੂ ਪਾਤਸ਼ਾਹ ਕਹਿੰਦੇ ਰੱਬੀ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਜਿਉਣਾ ਧਰਮ ਹੈ। ਤਾਂ ਜਦੋਂ ਗੁਰੂ ਪਾਤਸ਼ਾਹ ਤੋਂ ਧਰਮ ਦੀ ਵਿਆਖਿਆ ਸੁਣੀ ਸ਼ੇਖ ਇਬਰਾਹਿਮ ਨੇ, ਜਿਹੜਾ ਭਗਤ ਫਰੀਦ ਜੀ ਦੀ ਗੱਦੀ ਤੇ ਬੈਠਾ ਸੀ 250 ਸਾਲਾਂ ਬਾਅਦ, ਤੇ ਉਹ ਬੜਾ ਪ੍ਰਭਾਵਿਤ ਹੋਇਆ। ਕਹਿਣ ਲੱਗਾ, ਨਾਨਕ ਜੀ, ਜਿਸ ਤਰ੍ਹਾਂ ਦੀ ਵਿਚਾਰਧਾਰਾ ਤੁਸੀਂ ਸੁਣਾਉਂਦੇ ਹੋ, ਇਸ ਤਰ੍ਹਾਂ ਦੀ ਵਿਚਾਰਧਾਰਾ ਸਾਡੇ ਵੱਡ ਵਡੇਰਿਆਂ ਵਿੱਚੋਂ ਸ਼ੇਖ ਫਰੀਦ ਜੀ ਹੋਏ ਨੇ, ਉਹ ਵੀ ਇਸ ਤਰ੍ਹਾਂ ਦੀ ਵਿਚਾਰਧਾਰਾ ਸੁਣਾਉਂਦੇ ਸੀ। ਸਤਿਗੁਰੂ ਜੀ ਕਹਿਣ ਲੱਗੇ, ਉਹਨਾਂ ਦੀ ਜੋ ਵਿਚਾਰਧਾਰਾ ਹੈ ਕੀ ਉਸ ਨੂੰ ਸੰਭਾਲਿਆ? ਕਹਿਣ ਲੱਗੇ, ਜੀ ਸਾਡੇ ਕੋਲੇ ਪੋਥੀ ਤੇ ਲਿਖ ਕੇ ਸੰਭਾਲਿਆ ਹੋਇਆ ਹੈ। ਤੇ ਸਤਿਗੁਰੂ ਜੀ ਉਹ ਪੋਥੀ ਲੈਂਦੇ ਨੇ। ਦੇਖਿਓ ਕਿਸ ਤਰ੍ਹਾਂ ਸਾਡੇ ਕੋਲੇ ਗੁਰਬਾਣੀ ਆ ਰਹੀ ਹੈ। ਉਸ ਤੋਂ ਬਾਅਦ ਬੰਗਾਲ ਦਾ ਰਾਜਾ ਬਲਾਲ ਸੇਨ, ਤੇ ਬਲਾਲ ਸੇਨ ਦਾ ਪੁੱਤਰ ਸੀ ਰਾਜਾ ਲਕਸ਼ਮਣ ਸੇਨ। ਇਹ 1119 ਵਿੱਚ ਗੱਦੀ ਤੇ ਬੈਠਾ ਹੈ। ਤੇ ਇਸ ਰਾਜੇ ਦੇ ਕੋਲ ਭਗਤ ਜੈਦੇਵ ਜੀ ਰਹਿੰਦੇ ਰਹੇ ਨੇ। ਤੇ ਭਗਤ ਜੈਦੇਵ ਜੀ ਹਿੰਦੂਇਜ਼ਮ ਦੇ ਵਿੱਚ ਬਹੁਤ ਤਕੜੇ ਵਿਦਵਾਨ ਸਨ। ਤੇ ਉਹਨਾਂ ਮਹਾਤਮਾ ਦੀ ਸੰਗਤ ਕਰਕੇ ਅਸਲੀ ਧਰਮ ਨੂੰ ਸਮਝਿਆ ਕਿ ਧਰਮ ਧਾਰਮਿਕ ਕਰਮਾਂ ਵਿੱਚ ਨਹੀਂ ਹੁੰਦਾ। ਧਰਮ ਰੱਬੀ ਉਪਦੇਸ਼ ਨੂੰ ਜਿਉਣਾ ਹੈ, ਰੱਬ ਦੇ ਗੁਣਾਂ ਨੂੰ ਜ਼ਿੰਦਗੀ 'ਚ ਜਿਉਣਾ ਹੈ, ਤੇ ਰੱਬ ਦੇ ਗੁਣਾਂ ਦੇ ਸ਼ੁਕਰਾਨੇ ਵਿੱਚ ਲੋਕਾਂ ਦੇ ਭਲੇ ਲਈ ਜਿਉਣਾ ਹੈ। ਤੇ ਇਸ ਨੇ ਜੋ ਧਰਮ ਨੂੰ ਸਮਝਿਆ, ਰੱਬ ਦੇ ਪਿਆਰ ਵਿੱਚ ਜੀਵਨ ਜਿਉਇਆ, ਉਸ ਨੂੰ ਜੋ ਦੱਸਿਆ, ਉਹਨੂੰ ਬਾਣੀ ਕਹਿੰਦੇ ਨੇ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਜੈਦੇਵ ਜੀ ਦੇ ਵੀ 2 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ। ਹੁਣ ਦੇਖੋ, ਭਗਤ ਫਰੀਦ ਜੀ ਦੀ ਬਾਣੀ ਸ਼ੇਖ ਇਬਰਾਹਿਮ ਤੋਂ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਉਂਦੇ ਨੇ, ਤੇ ਭਗਤ ਜੈਦੇਵ ਦੀ ਬਾਣੀ ਲਿਆਉਂਦੇ ਨੇ। ਫਿਰ ਭਗਤ ਤਰਲੋਚਨ ਜੀ, ਭਗਤ ਨਾਮਦੇਵ ਜੀ, ਇਹ ਮਹਾਰਾਸ਼ਟਰ ਵਿੱਚ ਹੋਏ ਨੇ। ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਇਹ ਬਨਾਰਸ ਵਿੱਚ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੀ ਜਿਹੜੀ ਬਾਣੀ ਸੀ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਪੋਥੀਆਂ ਦੇ ਰੂਪ ਵਿੱਚ ਆਉਂਦੀ ਹੈ। ਆਪਣਾ ਸਬਜੈਕਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ। ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਦੇਖਿਓ ਕਿੱਦਾਂ ਰੱਬੀ ਆਵਾਜ਼, ਰੱਬੀ ਉਪਦੇਸ਼ ਭਗਤਾਂ ਦੇ ਜੀਵਨ ਵਿੱਚੋਂ ਗੁਰਬਾਣੀ ਬਣ ਕੇ ਉਚਾਰਨ ਹੋਏ, ਤੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਪਹੁੰਚੇ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਖੁਦ ਰੱਬੀ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਜਿਉਇਆ, ਰੱਬ ਦੇ ਗੁਣਾਂ ਨੂੰ ਸਮਝਿਆ, ਗੁਣਾਂ ਨੂੰ ਜ਼ਿੰਦਗੀ ਜਿਉਇਆ, ਗੁਣਾਂ ਦੇ ਲਈ ਲੋਕਾਂ ਦਾ ਭਲਾ ਕਰਨ ਵਾਸਤੇ ਆਪਾ ਵਾਰ ਦਿੱਤਾ। ਉਸ ਰੱਬੀ ਉਪਦੇਸ਼ ਤੇ ਰੱਬ ਦੇ ਗੁਣ, ਰੱਬ ਦੇ ਨਿਯਮਾਂ ਦੀ ਜਦੋਂ ਵਿਆਖਿਆ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਤੇ ਗੁਰੂ ਸਾਹਿਬ ਦਾ ਤਰੀਕਾ ਬੜਾ ਵੱਖਰਾ ਸੀ। ਭਾਈ ਮਰਦਾਨਾ ਜੀ ਨੂੰ ਨਾਲ ਲਿਆ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ, ਗੁਰੂ ਪਾਤਸ਼ਾਹ ਰਾਗਾਂ ਦੇ ਵਿੱਚ ਗਾਉਂਦੇ। ਤਾਂ ਇਹ ਰੱਬ ਦੀ ਆਵਾਜ਼, ਰੱਬ ਦੀ ਗੁਰਬਾਣੀ ਇਸ ਤਰੀਕੇ ਨਾਲ ਸਾਡੇ ਕੋਲ ਪਹੁੰਚੀ। ਫਿਰ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਦਾ, ਉਹ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨਾਲ ਸੰਬੰਧਿਤ ਸਵਾਲ ਕਰਦਾ, ਗੁਰੂ ਪਾਤਸ਼ਾਹ ਜਵਾਬ ਦਿੰਦੇ। ਉਹ ਜਵਾਬ ਜਿਹੜੇ ਸਨ, ਉਹ ਵੀ ਗੁਰਬਾਣੀ। ਫਿਰ ਕਦੀ ਕਦੀ ਗੁਰੂ ਪਾਤਸ਼ਾਹ ਕਿਸੇ ਨਾਲ ਡਿਸਕਸ਼ਨ ਕਰਦੇ, ਉਹ ਡਿਸਕਸ਼ਨ ਵੀ ਗੁਰਬਾਣੀ। ਗੁਰਬਾਣੀ ਰੱਬੀ ਖਜ਼ਾਨਾ ਹੈ। क्या बात है, जी करदा सुनी जाइए। बट हुण समा होया है एक छोटी ਜਿਹੀ कमर्शियल ब्रेक ਦਾ। ब्रेक ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ।
ਸੈਸਕਟੂਨ ਜਾਂ ਰੈਜੀਨਾ ਵਿੱਚ ਕਾਰ, ਐਸਯੂਵੀ ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 3065225526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਰਨ 604 897 0363 ਔਰ ਫਾਲੋ ਅਸ jytroofing.com। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚਹਿਲਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਬ੍ਰੇਕ ਤੋਂ ਪਹਿਲਾਂ ਆਪਾਂ ਵਿਚਾਰ ਰਹੇ ਸੀ ਕਿ ਜਦੋਂ ਕਿਤੇ ਰੱਬ ਦੇ ਪਿਆਰ ਵਿੱਚ ਭਿੱਜ ਕੇ ਰੱਬੀ ਉਪਦੇਸ਼, ਰੱਬ ਦੇ ਨਿਜ਼ਮ, ਰੱਬ ਦੀਆਂ ਰਹਿਮਤਾਂ ਦੁਨੀਆ ਨੂੰ ਦੱਸਣਾ ਚਾਹੁੰਦੇ ਸੀ ਗੁਰੂ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿੰਦੇ ਸੀ, ਮਰਦਾਨਿਆ ਰਬਾਬ ਵਜਾ, ਬਾਣੀ ਆਈ ਹੈ। ਉਹ ਗਾ ਗਾ ਕੇ ਰੱਬੀ ਉਪਦੇਸ਼ ਝੂਮ ਝੂਮ ਕੇ ਇੱਕ ਅਗੰਮੀ ਪਿਆਰ ਵਿੱਚ ਦੱਸਣਾ ਚਾਹੁੰਦੇ ਸਨ। ਕਮਾਲ ਸੀ। ਭਾਈ ਮਰਦਾਨਾ ਜੀ ਦੀ ਰਬਾਬ ਵੱਜਦੀ, ਗੁਰੂ ਬਾਬਾ ਗੁਰਬਾਣੀ ਗਾਉਂਦੇ ਤੇ ਇਹ ਗੁਰਬਾਣੀ ਫਿਜ਼ਾਂ ਵਿੱਚ ਫੈਲ ਜਾਂਦੀ। ਜਿਹੜਾ ਸੁਣਦਾ ਉਹਦਾ ਧਿਆਨ ਖਿੱਚਿਆ ਜਾਂਦਾ। ਉਹ ਜੁੜ ਕੇ ਗੁਰੂ ਪਾਤਸ਼ਾਹ ਨੂੰ ਸੁਣਦਾ। ਇਹਦੀ ਸ਼ੁਰੂਆਤ ਹੁੰਦੀ ਹੈ ਸੁਲਤਾਨਪੁਰ ਲੋਧੀ, ਜਦੋਂ ਗੁਰੂ ਪਾਤਸ਼ਾਹ ਮੋਦੀਖਾਨਾ ਦੇ ਵਿੱਚ ਬਤੌਰ ਮੋਦੀ ਮੀਨਸ ਸੇਲਸ ਮੈਨੇਜਰ ਦੀ ਜੌਬ ਕਰਦੇ ਨੇ। 12 ਸਾਲ ਗੁਰੂ ਪਾਤਸ਼ਾਹ ਨੇ ਜੌਬ ਕੀਤੀ ਹੈ ਸੁਲਤਾਨਪੁਰ ਲੋਧੀ। ਤੇ ਜਦੋਂ ਮਹਿਤਾ ਕਾਲੂ ਨੇ ਸੋਚਿਆ ਕਿ ਹੁਣ 7 ਸਾਲ ਹੋ ਗਏ ਨੇ ਵਾਹਿਗੁਰੂ ਉਹਨਾਂ ਨੂੰ ਜੌਬ ਕਰਦੇ ਆ, ਤੇ ਉਹਨਾਂ ਭਾਈ ਮਰਦਾਨਾ ਜੀ ਨੂੰ ਭੇਜਦੇ ਨੇ, ਜਾ ਕੇ ਪਤਾ ਕਰ ਪੈਸੇ ਕਿੰਨੇ ਕੁ ਜੋੜੇ ਨੇ। ਭਾਈ ਮਰਦਾਨਾ ਜੀ ਜਾਂਦੇ ਨੇ। ਇਹ ਆਪਾਂ ਇਤਿਹਾਸਕ ਐਪੀਸੋਡ ਦੇ ਵਿੱਚ, ਜਿਹੜਾ ਦੂਸਰਾ ਐਪੀਸੋਡ ਹੁੰਦਾ ਆਪਾਂ ਉਹਦੇ ਵਿੱਚ ਵਿਚਾਰਾਂਗੇ ਡਿਟੇਲ ਦੇ ਵਿੱਚ। ਅੱਜ ਇੰਨਾ ਕੁ ਗੁਰੂ ਪਾਤਸ਼ਾਹ ਕੋਲ ਆਉਂਦਾ ਹੈ। ਗੁਰੂ ਪਾਤਸ਼ਾਹ ਕਹਿੰਦੇ, ਮਰਦਾਨਿਆ ਰਬਾਬ ਭਲੀ ਵਜਾਏਂਦਾ, ਰਬਾਬ ਬਹੁਤ ਸੋਹਣੀ ਵਜਾਉਣਾ। ਜੇ ਰਬਾਬ ਦੇ ਨਾਲ ਰੱਬੀ ਗੀਤ ਗਾਵੇਂ ਕਮਾਲ ਹੋ ਜਾਵੇ। ਪਤਾ ਨਹੀਂ ਕਿਤਨਿਆਂ ਕੁ ਦੀਆਂ ਜ਼ਿੰਦਗੀਆਂ ਸੁਧਰ ਜਾਣਗੀਆਂ, ਪਤਾ ਨਹੀਂ ਕਿਤਨਿਆਂ ਕੁ ਦੇ ਘਰ ਧਰਮਸ਼ਾਲਾ ਬਣ ਜਾਣਗੇ। ਭਾਈ ਮਰਦਾਨੇ ਨੂੰ ਲੈ ਕੇ ਸੁਲਤਾਨਪੁਰ ਲੋਧੀ ਦੀਆਂ ਗਲੀਆਂ ਦੇ ਵਿੱਚ ਕੀਰਤਨ ਸ਼ੁਰੂ ਕਰਦੇ ਨੇ। ਇੱਥੋਂ ਗੁਰਬਾਣੀ ਉਚਾਰਨੀ ਸ਼ੁਰੂ ਹੋ ਜਾਂਦੀ ਹੈ। ਕਦੀ ਆਪਣੇ ਟੀਚਰ ਨੂੰ ਸਮਝਾਉਂਦੇ ਸੀ, ਕਦੀ ਵੈਦ ਨੂੰ ਸਮਝਾਉਂਦੇ ਸੀ, ਤੇ ਉਹ ਗੁਰਬਾਣੀ ਰੱਬੀ ਵਿਚਾਰਾਂ ਸਾਡੇ ਸਾਹਮਣੇ ਆਈਆਂ। ਕੋਈ ਸਵਾਲ ਪੁੱਛਦਾ, ਸਤਿਗੁਰੂ ਜੀ ਪੈਸਾ ਬਹੁਤ ਹੈ, ਪ੍ਰਾਪਰਟੀ ਬਹੁਤ ਹੈ, ਸੁੱਖ ਸਹੂਲਤਾਂ ਬਹੁਤ ਹੈ, ਮਨ ਵਿੱਚ ਬੇਚੈਨੀ ਹੈ, ਮਨ ਖਿੱਚਦਾ ਰਹਿੰਦਾ ਹੈ, ਚਿੰਤਾ ਹੈ। ਸਤਿਗੁਰੂ ਜਵਾਬ ਦਿੰਦੇ, ਉਹ ਜਵਾਬ ਗੁਰਬਾਣੀ ਬਣਦੇ।
ਕਦੀ ਕਿਸੇ ਨਾਲ ਸਵਾਲ ਜਵਾਬ ਹੁੰਦੇ, ਕਦੀ ਕੋਈ ਗੁਰੂ ਸਾਹਿਬ ਨੂੰ ਪਰਖਣ ਵਾਸਤੇ ਜੋਗੀ ਬ੍ਰਾਹਮਣ ਸਵਾਲ ਕਰਦੇ, ਗੁਰੂ ਪਾਤਸ਼ਾਹ ਡਿਸਕਸ਼ਨ ਕਰਦੇ ਤੇ ਗੁਰਬਾਣੀ ਸਾਡੇ ਤੱਕ ਆਉਂਦੀ। ਇਸ ਤਰ੍ਹਾਂ ਭਗਤਾਂ ਦੇ ਜੀਵਨ ਵਿੱਚ, ਭਗਤਾਂ ਦੀ ਪਾਵਨ ਪਵਿੱਤਰ ਮੁਖਾਰਬਿੰਦ ਵਿੱਚੋਂ, ਗੁਰੂ ਸਾਹਿਬਾਨਾਂ ਦੇ ਮੁਖਾਰਬਿੰਦ ਵਿੱਚੋਂ, ਭੱਟਾਂ ਦੇ ਮੁਖਾਰਬਿੰਦ ਵਿੱਚੋਂ ਤੇ ਗੁਰਸਿੱਖਾਂ ਦੇ ਇਹ ਗੁਰਬਾਣੀ ਆਈ। ਜਿਸ ਨੇ ਸੁਣੀ ਮਨ ਮੋਹਿਤ ਹੋ ਗਿਆ, ਮਨ ਖਿੱਚਿਆ ਗਿਆ। ਜਿਹਨੇ ਜਾਣਨ ਦੀ ਕੋਸ਼ਿਸ਼ ਕੀਤੀ ਗੁਰਬਾਣੀ ਅੰਦਰ ਕੀ ਕਿਹਾ ਜਾ ਰਿਹਾ ਹੈ, ਉਹਦੇ ਮਨ ਵਿੱਚ ਉਹਨਾਂ ਰੱਬੀ ਉਪਦੇਸ਼ਾਂ ਨੂੰ ਮੰਨਣ ਦੀ ਭਾਵਨਾ ਜਾਗ ਪਈ। ਇੱਥੇ ਮੈਂ ਇੱਕ ਬੇਨਤੀ ਕਰਾਂ, ਸਾਡਾ ਜੋ YouTube ਚੈਨਲ ਹੈ ਗੁਰਗਿਆਨ TV, ਉਹਦੇ ਤੇ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਹਦੇ ਤੇ ਅਸੀਂ ਰੋਜ਼ਾਨਾ ਇੱਕ ਅੱਧੇ ਘੰਟੇ ਦਾ ਐਪੀਸੋਡ ਰੋਜ਼ਾਨਾ ਅਪਲੋਡ ਹੁੰਦਾ ਹੈ। ਤੁਸੀਂ ਜ਼ਰੂਰ ਗੁਰਗਿਆਨ TV ਨੂੰ ਸਬਸਕ੍ਰਾਈਬ ਕਰੋ, ਅੱਧਾ ਘੰਟਾ ਵੀਡੀਓ ਫੋਲੋ ਕਰੋ। ਅੱਧੇ ਘੰਟੇ ਵਿੱਚ ਤੁਸੀਂ ਇੱਕ ਅੰਗ ਅਰਥਾਂ ਸਮੇਤ ਸਹਿਜ ਪਾਠ ਕਰੋਗੇ। ਜੇ ਤੁਸੀਂ ਰੋਜ਼ਾਨਾ ਉਹ ਅਰਥਾਂ ਸਮੇਤ ਸਹਿਜ ਪਾਠ ਬਹੁਤ ਵਧੀਆ ਤਰੀਕੇ ਨਾਲ ਜਦੋਂ ਤੁਸੀਂ ਕਲਿੱਕ ਕਰੋਗੇ, ਵੀਡੀਓ ਤੁਹਾਡੀ ਡਿਵਾਈਸ ਤੇ ਆਏਗੀ, ਸਾਰਾ ਅੰਗ ਡਿਸਪਲੇ ਹੋ ਜਾਏਗਾ। ਤੁਸੀਂ ਸਿਰਫ ਫੋਲੋ ਕਰਨਾ ਹੈ, ਸੁਣਨਾ ਹੈ, ਅੱਖਾਂ ਨਾਲ ਪੜ੍ਹਨਾ ਹੈ ਤੇ ਸਾਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਬਹੁਤ ਚੰਗੀਆਂ ਲੱਗਣਗੀਆਂ। ਮਨ ਵਿੱਚ ਜਜ਼ਬਾ ਜਾਗੇਗਾ, ਹਲੂਣਾ ਜਾਗੇਗਾ, ਮੈਂ ਜੀਵਨ ਜਿਉਵਾਂ ਜਿਵੇਂ ਗੁਰੂ ਪਾਤਸ਼ਾਹ ਦੱਸਦੇ ਨੇ। ਜਿਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਗੁਰੂ ਪਾਤਸ਼ਾਹ ਜੋ ਦੱਸ ਰਹੇ ਨੇ ਮੈਂ ਇਹਨੂੰ ਜ਼ਿੰਦਗੀ ਜਿਉਂ ਕੇ ਦੇਖਾਂ, ਤਾਂ ਉਹਦੀ ਜ਼ਿੰਦਗੀ ਦੇ ਵਿੱਚ ਜਦੋਂ ਉਹਨੇ ਖਿੜੇ ਮੱਥੇ ਮੰਨਿਆ, ਗੁਰਬਾਣੀ ਇਸ ਲਈ ਪੜ੍ਹੀ ਜਾਂਦੀ ਹੈ ਕਿ ਖਿੜੇ ਮੱਥੇ ਮੰਨ ਲਈਏ। ਜਦੋਂ ਅਸੀਂ ਮੰਨਦੇ ਹਾਂ, ਇਹਨੂੰ ਅੰਦਰਲਾ ਇਸ਼ਨਾਨ ਕਿਹਾ, ਇਹ ਅੰਮ੍ਰਿਤਸਰ ਦਾ ਇਸ਼ਨਾਨ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਫਿਰ ਜਦੋਂ ਕੋਈ ਗੁਰਬਾਣੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਜ਼ਿੰਦਗੀ 'ਚ ਜਿਉਂਦਾ ਹੈ, ਸੱਚ ਜਾਣਿਓ ਉਹ ਹੋਰਨਾਂ ਨੂੰ ਪ੍ਰੇਰਿਤ ਕਰਨ ਤੁਰਦਾ ਹੈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਦੇ ਮੁਖ ਵਿੱਚੋਂ ਜਾਂ ਭਗਤਾਂ ਦੇ ਮੁਖਾਰਬਿੰਦ ਵਿੱਚੋਂ ਜਾਂ ਭੱਟਾਂ ਤੋਂ ਜਦੋਂ ਕੋਈ ਗੁਰਬਾਣੀ ਸੁਣਦਾ ਸੀ, ਮਨ ਖਿੱਚਿਆ ਜਾਂਦਾ, ਉਹ ਸਿੱਖ ਬਣ ਜਾਂਦਾ ਸੀ। ਆਖੋ ਵਾਹਿਗੁਰੂ। ਫਿਰ ਹੋਰਨਾਂ ਨੂੰ ਪ੍ਰੇਰਿਤ ਕਰਦਾ। ਪ੍ਰੇਰਣਾ ਆਪਣੇ ਆਪ ਵਿੱਚ ਬੜੀ ਮਾਇਨੇ ਰੱਖਦੀ ਹੈ। ਅਸੀਂ ਕਹਿੰਦੇ ਹਾਂ ਪ੍ਰਚਾਰ ਨਹੀਂ ਹੋ ਰਿਹਾ, ਐਕਚੁਅਲੀ ਪ੍ਰੇਰਨਾਵਾਂ ਨਹੀਂ ਵੰਡੀਆਂ ਜਾ ਰਹੀਆਂ। ਇਹ ਹੋ ਸਕਦਾ ਹੈ ਜਿੱਥੇ ਕਥਾ ਕੀਰਤਨ ਹੋ ਰਿਹਾ, ਜਾਂ ਤਾਂ ਉੱਥੋਂ ਪ੍ਰੇਰਨਾਵਾਂ ਨਹੀਂ ਮਿਲ ਰਹੀਆਂ ਜਾਂ ਸਾਹਮਣੇ ਵਾਲਾ ਪ੍ਰੇਰਣਾ ਲੈ ਨਹੀਂ ਰਿਹਾ। ਤੇ ਜਦੋਂ ਪ੍ਰੇਰਨਾਵਾਂ ਹੁੰਦੀਆਂ ਨੇ ਨਾ, ਮੋਟੀਵੇਸ਼ਨਲ ਵੇਵ, ਉਹ ਫਿਰ ਦੂਸਰੇ ਨੂੰ ਖਿੱਚ ਲੈਂਦੀ ਹੈ। ਜਦੋਂ ਇੱਕ ਤੋਂ ਬਾਅਦ ਦੂਜਾ ਜੁੜਦਾ ਹੈ, ਤੀਜਾ ਜੁੜਦਾ ਹੈ, ਉਹਨੂੰ ਸੰਗਤ ਕਹਿੰਦੇ ਨੇ। ਰੱਬੀ ਉਪਦੇਸ਼ ਗੁਰਬਾਣੀ ਹੈ। ਜਿਹਦੀ ਸੁਰਤ ਗੁਰਬਾਣੀ ਨਾਲ ਜੁੜ ਗਈ, ਉਹ ਸਿੱਖ ਤੇ ਗੁਰੂ ਦਾ ਮੇਲ ਹੈ। ਇਹਨੂੰ ਸੁਰਤ ਤੇ ਸ਼ਬਦ ਦਾ ਮੇਲ ਕਿਹਾ। ਜਦੋਂ ਜੋਗੀਆਂ ਨੇ ਪੁੱਛਿਆ ਸੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਤੁਹਾਡਾ ਗੁਰੂ ਕੌਣ ਹੈ? ਤੇ ਸਤਿਗੁਰਾਂ ਨੇ ਜਵਾਬ ਦਿੱਤਾ ਸੀ, ਸ਼ਬਦ ਗੁਰੂ। ਅਸੀਂ ਭਾਗਾਂ ਵਾਲੇ ਹਾਂ ਕਿ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਗੁਰੂ ਨੇ। ਤੇ ਜਿਹਦਾ ਧਿਆਨ ਜੁੜ ਗਿਆ, ਸੁਰਤ ਸ਼ਬਦ ਦਾ ਮੇਲ ਹੋ ਗਿਆ, ਜਦੋਂ ਹੋਰ ਜੁੜਨ ਲੱਗ ਪਏ, ਸੰਗਤ ਬਣ ਗਈ। ਤੇ ਇਧਰੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਜਦੋਂ ਉਚਾਰਨ ਕਰਦੇ ਸੀ, ਚਾਹੇ ਕੀਰਤਨ ਰਾਹੀਂ, ਚਾਹੇ ਕਿਸੇ ਨੂੰ ਜਵਾਬ ਦਿੰਦੇ ਸੀ, ਉਹਨੂੰ ਲਿਖ ਲੈਂਦੇ ਸਨ। ਭਗਤਾਂ ਦੀ ਬਾਣੀ ਦੀਆਂ ਪੋਥੀਆਂ, ਗੁਰੂ ਨਾਨਕ ਪਾਤਸ਼ਾਹ ਦੀ ਆਪਣੀ ਬਾਣੀ ਦੀਆਂ ਪੋਥੀਆਂ, ਜਦੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਬਣਾਉਂਦੇ ਨੇ, ਤੇ ਉਹਨਾਂ ਨੂੰ ਇਹ ਪੋਥੀਆਂ ਦੇ ਕੇ ਕਹਿੰਦੇ ਨੇ, ਲੈਣਿਆ ਆ ਲੈ ਪੋਥੀ, ਪਾਰ ਬ੍ਰਹਮ ਦਾ ਪੰਥ ਕਰਨਾ ਹੈ, ਲੋਕਾਂ ਨੂੰ ਜ਼ਿੰਦਗੀ ਜਿਉਣੀ ਸਿਖਾਉਣੀ ਹੈ। ਹੁਣ ਨੋਟ ਕਰਿਓ, ਸ਼ਬਦ ਉਪਦੇਸ਼, ਰੱਬੀ ਉਪਦੇਸ਼ ਗੁਰਬਾਣੀ ਹੈ, ਰੱਬ ਦੀ ਆਵਾਜ਼ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ। ਜਿਹਦੀ ਸੁਰਤ ਜੁੜੀ, ਸੁਰਤ ਸ਼ਬਦ ਦਾ ਮੇਲ ਹੋਇਆ, ਉਹ ਸਿੱਖ ਬਣ ਗਿਆ। ਗੁਰਬਾਣੀ ਗੁਰੂ ਤੇ ਸੁਰਤ ਸਿੱਖ। ਫਿਰ ਸੰਗਤ ਜੁੜਨੀ ਸ਼ੁਰੂ ਹੋਈ, ਗੁਰਬਾਣੀ ਤੇ ਪੋਥੀ ਦੇ ਰੂਪ ਵਿੱਚ ਆ ਗਈ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੀ ਬਾਣੀ ਭਗਤਾਂ ਦੀ, ਭੱਟਾਂ ਦੀ, ਗੁਰੂ ਸਾਹਿਬਾਨਾਂ ਦੀ ਆਦ ਬੀੜ ਲਿਖਵਾਈ ਤੇ ਆਦ ਬੀੜ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤੀ। ਪ੍ਰਕਾਸ਼ ਕਰਕੇ
ਪਹਿਲੀ ਵਾਰ ਦੁਨੀਆ ਨੇ ਦੇਖਿਆ ਕਿ ਗੁਰਬਾਣੀ ਤਖਤ ਦੇ ਉੱਪਰ ਪ੍ਰਕਾਸ਼ਮਾਨ ਕਰਕੇ ਚੰਦੋਆ ਤਾਣ ਕੇ ਚਬਰ ਸਾਹਿਬ ਉਸ ਵੇਲੇ ਗੁਰਬਾਣੀ ਤੇ ਝੁੱਲਦੀ ਹੈ ਤੇ ਗੁਰੂ ਸਾਹਿਬ ਸੰਗਤ ਵਿੱਚ ਬੈਠੇ ਨੇ। ਆਖੋ ਵਾਹਿਗੁਰੂ। ਪੋਥੀ ਤੇ ਸੰਗਤ, ਇਹ ਸਿਲਸਿਲਾ ਚੱਲਦਾ ਰਿਹਾ। 10ਵੇਂ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਦੀ ਬਾਣੀ ਅੰਕਿਤ ਕਰਕੇ ਦਮਦਮੀ ਬੀੜ ਲਿਖਾਈ ਤਖਤ ਸ੍ਰੀ ਦਮਦਮਾ ਸਾਹਿਬ ਦੇ ਅਸਥਾਨ ਤੇ ਸਾਬੋ ਕੀ ਤਲਵੰਡੀ, ਜ਼ਿਲ੍ਹਾ ਬਠਿੰਡਾ, ਜੋ 5ਵਾਂ ਤਖਤ ਹੈ। ਫਿਰ ਜਿਹੜੀ ਗੁਰਬਾਣੀ ਸੀ ਆਦ ਬੀੜ ਬਣੀ, ਉਹ ਆਦ ਗ੍ਰੰਥ ਬਣ ਗਈ। ਸੰਗਤ ਇੱਕ ਪੰਥ ਬਣ ਗਿਆ ਤੇ ਹਜ਼ੂਰ ਸਾਹਿਬ ਦੀ ਧਰਤੀ ਜੋ ਖਾਲਸੇ ਦਾ ਤਖਤ ਹੈ, ਉੱਥੇ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਆਦ ਬੀੜ ਨੂੰ ਗੁਰਗੱਦੀ ਦੇ ਕੇ ਹੁਕਮ ਕਰ ਗਏ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਜਿਹੜੀ ਬਾਣੀ ਸੀ ਉਹ ਬਾਣੀ ਜੋ ਕੀਰਤਨ ਦੇ ਰੂਪ ਵਿੱਚ, ਵਿਚਾਰਾਂ ਦੇ ਰੂਪ ਵਿੱਚ, ਗੁਰੂ ਦੇ ਬਚਨਾਂ ਦੇ ਰੂਪ ਵਿੱਚ ਸੀ, ਉਹ ਪੋਥੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਣੀ। ਤੇ ਜਿਹੜੀ ਸੰਗਤ ਸੀ, ਪੰਥ ਸੀ, ਉਹਦੇ ਤੇ ਜ਼ਿੰਮੇਵਾਰੀ ਪਾ ਦਿੱਤੀ। 2 ਸ਼ਬਦ ਬੜੇ ਮਾਇਨੇ ਰੱਖਦੇ ਨੇ, ਗੁਰੂ ਗ੍ਰੰਥ ਤੇ ਗੁਰੂ ਪੰਥ। ਹੁਣ ਜੇ ਅਸੀਂ ਗੁਰੂ ਪੰਥ ਦਾ ਹਿੱਸਾ ਹਾਂ, ਜੇ ਅਸੀਂ ਗੁਰੂ ਪਾਤਸ਼ਾਹ ਦੇ ਪੰਥ ਰੂਪੀ ਪਰਿਵਾਰ ਦੇ ਮੈਂਬਰ ਹਾਂ, ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਝਾਤੀ ਮਾਰੀਏ। ਬੜਾ ਕਮਾਲ ਦਾ ਖਜ਼ਾਨਾ ਪਿਆ। ਜਿਹੜਾ ਮਹੀਨੇ ਦਾ ਪਹਿਲਾ ਐਪੀਸੋਡ ਹੈ, ਇਹਦੇ ਵਿੱਚ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਜੂਨ ਦਾ ਜਿਹੜਾ ਪਹਿਲਾ ਹਫਤਾ ਸੀ, 4 ਜੂਨ ਨੂੰ ਇਹ ਗੁਰਗਿਆਨ ਦਾ ਨਗਾਰਾ ਸ਼ੋਅ ਸ਼ੁਰੂ ਹੋਇਆ। ਉਸ ਦਿਨ, ਕਿਉਂਕਿ ਪਹਿਲਾ ਦਿਨ ਹੋਣ ਕਰਕੇ ਮੈਂ ਪ੍ਰੋਗਰਾਮ ਦੀ ਡਿਟੇਲ ਤੁਹਾਡੇ ਨਾਲ ਦੱਸੀ ਸੀ। ਇਹ ਦੂਜਾ ਮਹੀਨਾ ਹੈ, ਪਰ ਉਂਝ ਗੁਰਬਾਣੀ ਦਾ ਪਹਿਲਾ ਐਪੀਸੋਡ ਹੈ। ਸਿਰਫ ਗੁਰਬਾਣੀ ਦੇ ਪਹਿਲੇ ਐਪੀਸੋਡ ਵਿੱਚ ਇਹ ਮੁੱਢ ਬੇਸ ਤੁਹਾਨੂੰ ਦੱਸਿਆ ਹੈ। ਅਗਲੇ ਮਹੀਨੇ ਪਹਿਲੇ ਹਫਤੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਰਾਂਗੇ। ਥੋੜਾ ਜਿਹਾ ਇਸ਼ਾਰਾ ਦੇ ਦਿਆਂ ਗੁਰਬਾਣੀ ਦਾ ਲੇਆਊਟ, ਉਸ ਵਿੱਚ ਕਿੱਦਾਂ ਰਾਗਾਂ ਦੀ ਤਰਤੀਬ ਹੈ, ਕਿੱਦਾਂ ਸ਼ਬਦਾਂ ਦੀ ਤਰਤੀਬ ਹੈ, ਤੇ ਕਿੱਦਾਂ ਗੁਰਬਾਣੀ ਦੇ ਕਨਸੈਪਟ ਨੇ, ਕਿੱਦਾਂ ਬਾਣੀਆਂ ਨੇ, ਘੋੜੀਆਂ, ਬਣਜ਼ਾਰੇ, ਕਰਹਲੇ। ਇਹ ਸਾਰਾ ਖਜ਼ਾਨਾ ਤੁਹਾਡੇ ਨਾਲ ਜਿੰਨੀ ਕੁ ਮੱਤ ਗੁਰੂ ਪਾਤਸ਼ਾਹ ਨੇ ਵਰਤੀ ਹੈ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ। ਘੜੀ ਦੀ ਸੂਈ ਬੜੀ ਤੇਜ਼ ਭੱਜਦੀ ਹੈ, ਆਨੰਦ ਆ ਜਾਵੇ, ਪਤਾ ਹੀ ਨਹੀਂ ਲੱਗਦਾ ਸਮਾਂ ਕਦੋਂ ਬਤੀਤ ਹੋ ਜਾਂਦਾ। ਜੀ ਤਾਂ ਕਰਦਾ ਹੈ ਗੁਰੂ ਕੀਆਂ ਬਾਤਾਂ ਕਰੀ ਜਾਈਏ, ਕਰੀ ਜਾਈਏ, ਕਰੀ ਜਾਈਏ। ਤੁਹਾਡਾ ਵੀ ਜੀ ਕਰਦਾ ਸੁਣੀ ਜਾਈਏ, ਸੁਣੀ ਜਾਈਏ, ਸੁਣੀ ਜਾਈਏ। ਸਮਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਅਗਲੇ ਐਪੀਸੋਡ ਦੇ ਵਿੱਚ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਰਾਂਗੇ, ਔਰ ਬਹੁਤ ਸਾਰੀਆਂ ਵਿਚਾਰਾਂ ਤੁਸੀਂ ਪਹਿਲੀ ਵਾਰ ਸੁਣ ਕੇ ਆਨੰਦ ਮਾਣੋਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਟੂਨ ਜਾਂ ਰੈਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਵੀ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। IT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ, ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬੇਲਟਾਂ, ਰਬਰ ਕਟਰ
ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643 ਤਰਨ 604 897 0363 ਔਰ ਫੋਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸਾਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸਾਸਕਟੂਨ। JYT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643 ਤਰਨ 604 897 0363 ਔਰ ਫੋਲੋ ਅਸ jytroofing.com। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਸੱਚੀ ਕਮਾਲ ਸੀ। ਜੋ ਵੀ ਗਿਆਨੀ ਰਾਮ ਸਿੰਘ ਚਹਿਲਾਂ ਜੀ ਦੇ ਵਿਚਾਰ ਇੱਕ ਵਾਰੀ ਸੁਣ ਲੈਂਦਾ ਹੈ, ਉਸ ਦੇ ਅੰਦਰ ਸਿੱਖੀ ਪ੍ਰਤੀ ਪਿਆਰ ਵੀ ਜਾਗਦਾ ਹੈ ਅਤੇ ਆਪਣੇ ਬੱਚਿਆਂ ਨੂੰ ਗੁਰੂ ਵਿਰਸੇ ਨਾਲ ਜੋੜਨ ਲਈ ਜਜ਼ਬਾ ਵੀ ਪੈਦਾ ਹੁੰਦਾ ਹੈ। ਤੁਸੀਂ ਸਾਰੇ ਆਪਣੇ ਬੱਚਿਆਂ ਨੂੰ ਕਹੋ ਕਿ ਉਹ ਕਾਪੀ ਪੈਨ ਲੈ ਕੇ ਹਰ ਹਫ਼ਤੇ ਗਿਆਨੀ ਰਾਮ ਸਿੰਘ ਚਹਿਲਾਂ ਜੀ ਦੇ ਵਿਚਾਰ ਸੁਣਨ ਅਤੇ ਆਪਣੇ ਨੋਟਸ ਬਣਾਉਣ। ਸਾਡਾ ਇਹ ਐਪੀਸੋਡ ਇੱਕ ਤਰ੍ਹਾਂ ਨਾਲ ਘਰ ਬੈਠ ਕੇ ਇੱਕ ਕਲਾਸ ਲਾਉਣ ਵਾਂਗ ਹੀ ਕੰਮ ਦੇਵੇਗਾ। ਆਓ ਹੁਣ ਆਪਾਂ ਕੀਰਤ ਕੌਰ ਕੋਲੋਂ ਇੱਕ ਕਵਿਤਾ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਕੀਰਤ ਕੌਰ ਤੇ ਅੱਜ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਨਾਮ ਹੈ ਮੰਗਤੀ। ਲੋ ਪੇਸ਼ ਹੈ ਮੇਰੀ ਕਵਿਤਾ। ਲੱਗੀ ਲੋ ਸਵੇਰਾ ਹੋਇਆ, ਰੋਸ਼ਨ ਚਾਰ ਚਫੇਰਾ ਹੋਇਆ, ਮੁੱਕ ਗਿਆ ਹੁਣ ਰਾਤ ਦਾ ਵੇਲਾ, ਹੁਣ ਆਇਆ ਪ੍ਰਭਾਤ ਦਾ ਵੇਲਾ। ਪੁੱਤਰਾਂ ਨੂੰ ਪਈ ਮਾਂ ਉਠਾਵੇ, ਮਿੱਠੇ ਮਿੱਠੇ ਗੀਤ ਸੁਣਾਵੇ, ਚੱਲੇ ਸੇਠ ਦੁਕਾਨਾਂ ਉੱਤੇ, ਚਾ ਚੜਿਆ ਆਸਮਾਨਾਂ ਉੱਤੇ। ਇੱਕ ਠੱਠੇ ਜੇ ਢਾਰੇ ਵਿੱਚੋਂ, ਕੱਖ ਕਾਨਿਆਂ ਦੇ ਗੁਬਾਰੇ ਵਿੱਚੋਂ, ਚੱਲ ਪਈ ਮੁਟਿਆਰ ਕੱਲੀ, ਪੈਸਾ ਪੈਸਾ ਮੰਗਣ ਚੱਲੀ। ਹੈ ਉਹ ਲੀਰਾ ਵਿੱਚ ਲਪੇਟੀ, ਇੰਜ ਜਾਪੇ ਉਹ ਹੀਰ ਸਲੇਟੀ। ਪੈਸਾ ਪੈਸਾ ਮੰਗ ਰਹੀ ਹੈ, ਅੱਖਾਂ ਅੰਦਰ ਸੰਗ ਰਹੀ ਹੈ। ਸੇਠ ਜੀ ਇੱਕ ਦੇਣਾ ਪੈਸਾ, ਸੇਠ ਆਖਦਾ ਪੈਸਾ ਕੈਸਾ। ਇਹ ਕੋਈ ਟਕਸਾਲ ਨਹੀਂ ਹੈ, ਖੋ ਕੇ ਲਿਆਂਦਾ ਮਾਲ ਨਹੀਂ ਹੈ। ਉਹ ਬੂਹੇ ਤੋਂ ਅੱਗੇ ਹੋਈ, ਹੱਥ ਮਲਦੀ ਤੁਰਦੀ ਹੋਈ, ਥੋੜੀ ਦੂਰ ਅਗੇਰੇ ਜਾ ਕੇ ਬੋਲੀ ਐਦਾਂ ਹੱਥ ਉਠਾ ਕੇ, ਇੱਕ ਪੈਸਾ ਦੇ ਦੇ ਸਰਦਾਰਾ, ਤੇਰਾ ਜਗ ਤੇ ਚਮਕੂ ਤਾਰਾ। ਇਹ ਸੁਣ ਸਰਦਾਰ ਬੋਲਿਆ, ਐਡਾ ਉਸਨੇ ਮੂੰਹ ਖੋਲਿਆ। ਜੋਬਨ ਜਾਨ ਜਵਾਨੀ ਵੇਚੋ, ਆਪਣੀ ਕੋਈ ਨਿਸ਼ਾਨੀ ਵੇਚੋ, ਰੂਪ ਵੇਚ ਕੇ ਪੈਸਾ ਲੈ ਜਾ, ਨਹੀਂ ਤਾਂ ਆਪਣੇ ਰਸਤੇ ਪੈ ਜਾ। ਇਹ ਸੁਣ ਉਹ ਡਾਡਾ ਰੋਈ, ਭਰੇ ਚੌਂਕ ਦੇ ਵਿੱਚ ਖਲੋਈ। ਉਹਨੂੰ ਸਿਰੋਂ ਗੰਜਾ ਨੰਗਾ ਪਰਵਾੜੀ ਤੱਕੇ, ਦੁੱਧੋ ਚਿੱਟੀ ਦਾੜੀ ਤੱਕੇ। ਤੱਕਣ ਉਸਨੂੰ ਨੋਟਾਂ ਵਾਲੇ, ਤੱਕਣ ਉਸਨੂੰ ਕੋਟਾਂ ਵਾਲੇ, ਤੱਕਣ ਉਸਨੂੰ ਨੈਣਾ ਵਾਲੇ, ਤੱਕਣ ਧੀਆਂ ਭੈਣਾਂ ਵਾਲੇ। ਲੋਕੀ ਉਸਨੂੰ ਤਾੜ ਰਹੇ ਨੇ, ਹੱਥਾਂ ਉੱਪਰ ਚਾੜ ਰਹੇ ਨੇ। ਮੈਂ ਹਾਂ ਨਾਰੀ ਭਾਰਤੀ ਨਾਰੀ, ਇਹਨਾਂ ਨੇ ਨੀ ਗੱਲ ਵਿਚਾਰੀ। ਮੈਂ ਹਾਂ ਅੱਠਾਂ ਬਾਹਾਂ ਵਾਲੀ, ਮੈਂ ਹਾਂ ਭੈਣ ਭਰਾਵਾਂ ਵਾਲੀ। ਮੈਂ ਸ਼ਿਵਾ ਪ੍ਰਤਾਪ ਨੂੰ ਜੰਮਿਆ, ਮੈਂ ਜਨਤਾ ਦੇ ਬਾਪ ਨੂੰ ਜੰਮਿਆ। ਨਾਨਕ ਮੇਰੀ ਗੋਦ ਖੜਾਇਆ, ਗੋਬਿੰਦ ਮੇਰੀ ਗੋਦ ਚ ਆਇਆ। ਮੈਂ ਭਗਤ ਸਿੰਘ ਪੈਦਾ ਕੀਤਾ, ਵੈਰੀਆ ਤੋਂ ਮੈਂ ਬਦਲਾ ਲੀਤਾ। ਐਦਾਂ ਗੱਲਾਂ ਕਰਦੀ ਕਰਦੀ ਹੌਂਕੇ ਹਾੜੇ ਭਰਦੀ ਭਰਦੀ ਤੁਰ ਚੱਲੀ ਬਾਜ਼ਾਰ ਦੇ ਵਿੱਚੋਂ, ਤੁਰ ਚੱਲੀ ਸੰਸਾਰ ਦੇ ਉੱਤੋਂ। ਢਿੱਡੋ ਭੁੱਖੀ ਗੁੱਸਾ ਖਾ ਗਈ, ਜਾ ਕੇ ਗੱਡੀ ਥੱਲੇ ਆ ਗਈ। ਦੱਸੋ ਦੇਸ਼ ਦੇ ਪਹਿਰੇਦਾਰੋ, ਦੱਸੋ ਧਰਮ ਦੇ ਠੇਕੇਦਾਰੋ, ਭਾਰਤ ਦੀ ਆਜ਼ਾਦ ਜਨਾਨੀ ਜੀਣ ਦੀ ਸੀਮਤ ਹੋਸ਼ ਜਵਾਨੀ, ਖੇਡ ਗਈ ਹੈ ਜਾਨ ਦੇ ਉੱਤੇ ਲਾਹਨਤ ਇਸ ਸੰਸਾਰ ਦੇ ਉੱਤੇ, ਲਾਹਨਤ ਇਸ ਸੰਸਾਰ ਦੇ ਉੱਤੇ। ਧੰਨਵਾਦ। ਵਾਹ ਕੀਰਤ ਕੌਰ ਜੀ, ਬਹੁਤ ਹੀ ਵਧੀਆ ਸੀ। ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਗਿਆਨੀ ਰਾਮ ਸਿੰਘ ਚਹਿਲਾਂ ਜੀ ਵੱਲੋਂ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਚਲਾਈ ਜਾ ਰਹੀ ਹੈ। ਜਿਹੜੇ ਵੀ ਬੱਚੇ ਘਰ ਬੈਠੇ ਮਾਂ ਬੋਲੀ ਪੰਜਾਬੀ ਸਿੱਖਣੀ ਚਾਹੁੰਦੇ ਹਨ ਅਤੇ ਗੁਰੂ ਵਿਰਸੇ ਦਾ ਗਿਆਨ ਪ੍ਰਾਪਤ ਕਰਨ ਲਈ ਕਲਾਸਾਂ ਲਾਉਣੀਆਂ ਚਾਹੁੰਦੇ ਹਨ, ਉਹ ਸਾਡੀ ਵੈਬਸਾਈਟ gurgyan.com ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਕਲਾਸਾਂ ਹਰ ਇੱਕ ਸ਼ਨੀਚਰਵਾਰ ਨੂੰ ਹੁੰਦੀਆਂ ਹਨ। ਜਿਨ੍ਹਾਂ ਨੂੰ ਇਹ ਸ਼ੋਅ ਚੰਗਾ ਲੱਗ ਰਿਹਾ ਹੈ, ਉਹ ਸਾਨੂੰ ਸਹਿਯੋਗ ਦੇਣ ਲਈ ਆਪਣੇ ਕਾਰੋਬਾਰ ਦੀ ਐਡ ਦੇ ਕੇ ਜ਼ਰੂਰ ਸਪਾਂਸਰ ਕਰਨ। ਸਾਡੇ ਐਡ ਦੇਣ ਲਈ ਸੰਪਰਕ ਕਰੋ 639590
4464 639 590 4464। ਆਓ ਹੁਣ ਆਪਾਂ ਮਿਲਨ ਕੌਰ ਜੀ ਵੱਲੋਂ ਟਾਈਮ ਮੈਨੇਜਮੈਂਟ ਬਾਰੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਿਲਨ ਕੌਰ ਹੈ ਤੇ ਅੱਜ ਮੈਂ ਟਾਈਮ ਮੈਨੇਜਮੈਂਟ ਬਾਰੇ ਗੱਲ ਕਰੂੰਗੀ। Managing our time is very important. It helps us keep organized. Time management ਆਪਾਂ ਨੂੰ help ਕਰਦੀ ਆ ਆਪਣੀਆਂ ਚੀਜ਼ਾਂ ਨੂੰ prioritize ਕਰਨਾ ਤੇ ਆਪਾਂ ਨੂੰ ਇਹ ensure ਕਰਨ ਲਈ ਕਿ ਆਪਣੇ ਕੋਲ ਸਾਰੀਆਂ ਚੀਜ਼ਾਂ ਲਈ enough time ਹੋਵੇ। The quality of your work increases when you're not rushing to complete it ahead of a fast approaching deadline. Here are a few ways to keep organized in the workplace. ਆਪਣਾ ਜਿਹੜਾ ਕੈਲੰਡਰ ਆ ਉਹਨੂੰ ਅਪਡੇਟ ਕਰੋ, ਉੱਤੇ ਸਾਰਾ ਕੁਝ ਲਿਖੋ ਜੋ ਵੀ ਤੁਹਾਡਾ ਤੁਸੀਂ ਕਰਨਾ ਆ। ਤੇ ਮੋਸਟ ਇੰਪੋਰਟੈਂਟਲੀ ਇੱਕ ਨੋਟਬੁੱਕ ਜਾਂ ਲੈਪਟਾਪ ਕੈਰੀ ਕਰੋ। ਇਹਨਾਂ ਵਿੱਚ ਆਪਣੀ ਸਪਲਾਈਜ਼ ਰੱਖੋ ਤੇ ਸਾਰੀ ਇਨਫੋਰਮੇਸ਼ਨ ਰੱਖੋ ਜਿਹਦੇ ਨਾਲ ਜਿਹੜੀ ਆਪਾਂ ਨੂੰ ਹੈਲਪ ਕਰ ਸਕੇ। ਤੇ ਜਿਹੜੀ ਆਪਣੀ ਮਾਰਨਿੰਗ ਆ ਉਹ ਯੂਜ਼ ਕਰੋ ਆਪਣੀ ਚੀਜ਼ਾਂ ਨੂੰ ਪ੍ਰਾਇੋਰਟਾਈਜ਼ ਕਰਨ ਲਈ। Spend the time in the morning figuring out what your key tasks and priorities are. Then schedule your day around projects that take up most of the time. Ek filing system rakho. Have an efficient filing system for digital and hard copy files and adhere to it. Make a prioritized to-do list. Ek list banao jite likha ho cheeza number 1, number 2 kiਵੇਂ ਕਰਨੀਆਂ ਆ। Write yourself a to-do list at the beginning of the week and mark off tasks as you complete them. ਜਿਵੇਂ ਤੁਸੀਂ ਉਹ task complete ਕਰੀ ਜਾਂਦੇ ਆ ਉਵੇਂ ਉਹਨਾਂ ਤੇ click ਕਰੀ ਜਾਓ। Time management will make your life way easier and less crazy. Try it. You won't regret it. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬੇਲਟਾਂ, ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643 ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬੇਲਟਾਂ, ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643 ਤਾਰਨ 604 897 0363 ਔਰ ਫਾਲੋ ਅਸ jytroofing.com। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵਾਓ, ਅਸੀਂ ਧੰਨਵਾਦੀ ਹਾਂ ਹਮਰੀਤ ਕੌਰ ਜੀ ਦੇ, ਜਿਨ੍ਹਾਂ ਨੇ ਬਹੁਤ ਹੀ ਕੀਮਤੀ ਵਿਚਾਰ ਸੁਣਾਏ ਹਨ। ਆਓ
ਹੁਣ ਆਪਾਂ ਪ੍ਰਿੰਸੀਪਲ ਰਣਜੀਤ ਸਿੰਘ ਜੀ ਸੈਸਕਾਟੂਨ ਵਾਲਿਆਂ ਤੋਂ ਵਿਚਾਰ ਸੁਣੀਏ। ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਆਪਾਂ ਪ੍ਰੇਮ, ਸ਼ਰਧਾ, ਸਤਿਕਾਰ ਸਹਿਤ ਦਸਮ ਪਿਤਾ ਦੀ ਬਖਸ਼ਿਸ਼ ਫਤਿਹ ਉਹਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਦਾ ਫਰਮਾਨ, ਵਕਤ ਵਿਚਾਰੇ ਸੋ ਬੰਦਾ ਹੋਏ। ਇਨਸਾਨ ਦੇ ਬਹੁਤ ਸਾਰੇ ਗੁਣ ਨੇ, ਉਹਨਾਂ ਵਿੱਚ ਇੱਕ ਗੁਣ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਹ ਹੈ ਕਿ ਇਨਸਾਨ ਨੂੰ ਵਕਤ ਦੀ ਵਿਚਾਰ ਕਰਨੀ ਚਾਹੀਦੀ ਹੈ, ਵਕਤ ਅਨੁਸਾਰ ਜਿਹੜਾ ਉਹ ਵਰਤਣਾ ਚਾਹੀਦਾ। ਅਤੇ ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਹੋਰ ਵੀ ਸਾਨੂੰ ਸਪਸ਼ਟ ਕਰਦੇ ਆ, ਜੁਗੋ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਜਦੋਂ ਸਮਾਂ ਬਦਲਦਾ ਨਾ, ਨਾਲ ਜਿਹੜੇ ਬਹੁਤ ਸਾਰੇ ਤੌਰ ਤਰੀਕੇ ਕੰਮਕਾਰ ਦੇ ਬਦਲ ਜਾਂਦੇ ਆ। ਆਪਣਾ ਖੇਤਰ ਧਾਰਮਿਕ ਜਗਤ ਨਾਲ ਆਪਣਾ ਸੰਬੰਧ ਹੈ, ਅਤੇ ਵਿਸ਼ੇਸ਼ ਕਰਕੇ ਧਾਰਮਿਕ ਖੇਤਰ ਵਿੱਚ ਵੀ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ, ਬੱਚਿਆਂ ਦੀ ਪੜ੍ਹਾਈ ਹੈ, ਬੱਚਿਆਂ ਦੀ ਸਿੱਖਿਆ ਹੈ, ਉਹਦੇ ਨਾਲ ਸੰਬੰਧਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜਾ ਇਹ ਬੱਚਿਆਂ ਨੂੰ ਪੜ੍ਹਾਉਣ ਦਾ ਹੈ ਨਾ ਕਾਰਜ, ਉਹਨੂੰ ਰੈਕੋਗਨਾਈਜ਼ ਕੀਤਾ, ਉਹਨਾਂ ਨੇ ਮਾਨਤਾ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਬਚਨ ਹੈ, ਕਾਹੂ ਬਿਹਾਵੈ ਬਾਲ ਪੜ੍ਹਾਵਤ। ਕਈਆਂ ਦਾ ਜੀਵਨ ਸਾਰੀ ਉਮਰ ਬੱਚਿਆਂ ਨੂੰ ਵਿੱਦਿਆ ਦੇਣ ਨਾਲ ਹੀ ਗੁਜ਼ਰ ਜਾਂਦਾ ਹੈ। ਹੁਣ ਪੁਰਾਤਨ ਸਮੇਂ ਦੇ ਅਤੇ ਹੁਣ ਦੇ ਸਮੇਂ ਦਾ ਕੀ ਅੰਤਰ ਹੈ? ਪੁਰਾਤਨ ਸਮੇਂ ਦੇ ਵਿੱਚ ਜਿਹੜੇ ਵਿੱਦਿਆ ਦੇ ਸਾਧਨ ਸੀ ਉਹ ਕੁਝ ਹੋਰ ਸਨ। ਲੈ ਪਾਟੀ ਪੰਨ ਦੇ ਕੇ ਆਇਆ, ਫੱਟੀ ਕਲਮ ਦਵਾਤ ਬਸਤਾ ਟੀਚਰ। ਪਰ ਜਿਵੇਂ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ, ਜੋਗੋ ਜੋਗੋ ਆਪੋ ਆਪਣਾ ਧਰਮ ਹੈ। ਸਮੇਂ ਨਾਲ, ਤਰੱਕੀ ਨਾਲ, ਸਾਇੰਸ ਦੀ ਤਰੱਕੀ ਦੇ ਨਾਲ ਜਦੋਂ ਆਪਾਂ ਸਾਰੇ ਸਾਧਨ ਸੰਸਾਰ ਦੇ ਵਿੱਚ ਜਿਹੜੇ ਉਹ ਤਬਦੀਲ ਹੋ ਗਏ ਹੈ, ਉੱਨਤ ਹੋ ਗਏ ਹੈ, ਇਸੇ ਤਰੀਕੇ ਨਾਲ ਬੱਚਿਆਂ ਦੀ ਪੜ੍ਹਾਈ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰੀਆਂ ਇਨਕਲਾਬੀ ਤਬਦੀਲੀਆਂ ਆਈਆਂ ਨੇ। ਅਸੀਂ ਕਦੇ ਨਹੀਂ ਸੀ ਸੋਚਿਆ ਕਿ ਇੱਕ ਵੇਲਾ ਐਸਾ ਆਏਗਾ ਕਿ ਅਸੀਂ ਦੂਰ ਬੈਠੇ ਹੀ ਬੱਚਿਆਂ ਨਾਲ, ਡਿਸਟੈਂਟ ਐਜੂਕੇਸ਼ਨ ਹੈ ਜਾਂ ਮਲਟੀਮੀਡੀਆ, ਇਹਦੇ ਨਾਲ ਵੀ ਬੱਚਿਆਂ ਨਾਲ ਗੱਲ ਕਰ ਸਕਦੇ ਹੋਵਾਂਗੇ। ਸੋ ਇੱਕ ਬੜੀ ਵਧੀਆ ਗੱਲ ਹੈ ਜਿਹੜਾ ਇਹ ਪ੍ਰੋਗਰਾਮ ਹੈ। ਬਹੁਤ ਹੀ ਪਿਆਰੀ ਬੇਟੀ ਸੁਖਮਨ, ਭਾਈ ਸਾਹਿਬ ਭਾਈ ਰਾਮ ਸਿੰਘ ਜੀ ਜੋ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਨੇ, ਉਹਨਾਂ ਦੀ ਸਹਿਯੋਗ ਸੁਚੱਜੀ ਰਹਿਨੁਮਾਈ ਹੇਠ ਜੋ ਬੱਚਿਆਂ ਨੂੰ ਧਾਰਮਿਕ, ਨੈਤਿਕ, ਇਤਿਹਾਸਕ ਸਿੱਖਿਆ ਦੇਣ ਦਾ ਜਿਹੜਾ ਮਹਾਨ ਕਾਰਜ ਹੈ, ਇਹ ਬਹੁਤ ਹੀ ਵਧੀਆ ਢੰਗ ਦੇ ਨਾਲ ਕਰ ਰਹੇ ਹੈ। ਅਤੇ ਮੈਨੂੰ ਪੂਰਨ ਯਕੀਨ ਹੈ ਕਿ ਇਸ ਦੇ ਸਿੱਟੇ ਆਉਣੇ ਸ਼ੁਰੂ ਹੋ ਗਏ ਹਨ, ਪਰੰਤੂ ਸਮੇਂ ਦੇ ਨਾਲ ਜਿਹੜੇ ਇਹਦੇ ਸਿੱਟੇ ਹੋਰ ਵੀ ਸਪਸ਼ਟ ਹੋ ਕੇ ਸਾਡੇ ਸਾਹਮਣੇ ਆਉਣਗੇ। ਸਾਨੂੰ ਇਹਨਾਂ ਦੇ ਉੱਤੇ, ਸੁਖਮਨ ਅਤੇ ਭਾਈ ਸਾਹਿਬ ਭਾਈ ਰਾਮ ਸਿੰਘ ਉੱਤੇ ਬੇਹੱਦ ਮਾਣ ਹੈ, ਅਤੇ ਪਰਮਾਤਮਾ ਕਿਰਪਾ ਕਰੇਗਾ, ਸਾਡਾ ਇਹ ਮਾਣ ਬਰਕਰਾਰ ਰਹੇਗਾ। ਅਤੇ ਅਸੀਂ ਇਸੇ ਤਰੀਕੇ ਨਾਲ, ਇਸੇ ਭਾਵਨਾ ਨਾਲ, ਇਸੇ ਸੁਹਿਰਦਤਾ ਨਾਲ, ਇਸੇ ਪਿਆਰ ਨਾਲ, ਇਸੇ ਸਤਿਕਾਰ ਦੇ ਨਾਲ ਜਿਹੜਾ ਇਹਨਾਂ ਨੇ ਚੁਣਿਆ ਖੇਤਰ ਬੱਚਿਆਂ ਦੀ ਐਜੂਕੇਸ਼ਨ ਦਾ, ਧਾਰਮਿਕ ਐਜੂਕੇਸ਼ਨ ਦਾ, ਅਖਲਾਕੀ ਐਜੂਕੇਸ਼ਨ ਦਾ, ਬੱਚਿਆਂ ਨੂੰ ਇਤਿਹਾਸਕ ਜਾਣਕਾਰੀ ਦੇਣ ਦਾ, ਅਤੇ ਇਸ ਤੋਂ ਵੀ ਵੱਡੀ ਗੱਲ, ਵਿਸ਼ੇਸ਼ ਗੱਲ, ਇਹ ਸਾਰੇ ਸੰਦਰਭ ਦੇ ਵਿੱਚ, ਇਹ ਸਾਰੀਆਂ ਇਤਿਹਾਸਕ ਘਟਨਾਵਾਂ ਦੇ ਵਿੱਚੋਂ ਤੁਸੀਂ ਹੁਣ ਦੇ ਜੀਵਨ ਦੇ ਵਿੱਚ ਕੀ ਪ੍ਰੇਰਨਾ ਲੈਣੀ ਹੈ, ਕੀ ਸਿੱਖਿਆ ਲੈਣੀ ਹੈ, ਉਸ ਨੂੰ ਇਸ ਨਾਲ ਜੋੜਨਾ, ਇਹ ਇਸ ਗੱਲ ਦੀ ਬੜੀ ਵੱਡੀ ਖੂਬਸੂਰਤੀ ਹੈ, ਬੜੀ ਚੰਗਿਆਈ ਹੈ। ਇਸੇ ਕਰਕੇ ਜਿਹੜੇ ਇਹਦੇ ਰਿਜ਼ਲਟ ਹੈ, ਇਹ ਮੈਨੂੰ ਪੂਰਨ ਆਸ ਹੈ ਕਿ ਇਹਦੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਵਧੀਆ ਸਿੱਟੇ ਨਿਕਲਣਗੇ। ਅੱਜ ਮੈਂ ਗੱਲ ਕਰਨ ਦਾ ਯਤਨ ਕਰਾਂਗਾ, ਆਪ ਸਭ ਚੰਗੀ ਤਰ੍ਹਾਂ ਜਾਣਦੇ ਹੋ, ਭਾਈ ਸਾਹਿਬ ਭਾਈ ਕਨ੍ਹਈਆ ਜੀ ਗੁਰੂ ਸਾਹਿਬ ਦੇ ਪਿਆਰੇ ਸਿੱਖ ਨੇ ਅਤੇ ਪਿਆਰੇ ਸੇਵਕ ਵੀ ਨੇ। ਭਾਈ ਨਨੂਆ ਜੀ ਹੋਏ ਨੇ,
ਉਹਨਾਂ ਦੇ ਪਾਸੋਂ ਉਹਨਾਂ ਨੂੰ ਦੱਸ ਪਈ ਗੁਰੂ ਤੇਗ ਬਹਾਦਰ ਜੀ ਦੀ ਬਾਬਤ। ਹੁਣ ਪਾਕਿਸਤਾਨ ਦੇ ਵਿੱਚ ਸੋਧਰਾ ਇੱਕ ਪਿੰਡ ਹੈ ਜਿਸ ਦਾ ਨਾਂ ਸੋਦਰ। ਪੁਰਾਣੇ ਸਮੇਂ ਦੇ ਵਿੱਚ ਉਸ ਪਿੰਡ ਦੇ 100 ਦਰਵਾਜ਼ੇ ਹੁੰਦੇ ਸੀ, ਭਾਵ ਵੱਡਾ ਪਿੰਡ ਸੀ ਬਹੁਤ। ਉੱਥੇ ਭਾਈ ਕਨਈਆ ਜੀ ਦਾ ਜਨਮ ਹੋਇਆ ਤੇ ਪਰਮਾਤਮਾ ਦੀ ਕਿਰਪਾ ਨਾਲ ਪਰਿਵਾਰ ਚੰਗਾ ਪਰਿਵਾਰ ਸੀ, ਅਮੀਰ ਪਰਿਵਾਰ ਸੀ, ਪਰੰਤੂ ਜਿਹੜੇ ਨਾ ਹੋਣਹਾਰ ਬਿਰਵਾਨ ਕੇ ਚਿਕਨੇ ਪਾਤ ਜਿਹੜੇ ਇਹ ਮਹਾਂਪੁਰਸ਼ ਹੁੰਦੇ ਨੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਕੁਝ ਹੋਰ ਵਿਲੱਖਣ ਕਰਨਾ ਹੁੰਦਾ ਨਾ, ਉਹਨਾਂ ਦੇ ਬਚਪਨ ਦੇ ਵਿੱਚ ਵੀ ਉਹ ਨਿਸ਼ਾਨੀਆਂ ਉੱਭਰ ਕੇ ਸਾਹਮਣੇ ਆ ਜਾਂਦੀਆਂ। ਉਹਨਾਂ ਦੇ ਬਚਪਨ ਦੀ ਰਹਿਤ ਬਹਿਤ ਵਿੱਚੋਂ ਹੀ ਸਾਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਉਹ ਕੁਝ ਨਾ ਮਹਾਨ ਕੰਮ ਕਰਨਗੇ। ਅਮੀਰ ਘਰ ਹੈ, ਪੈਸੇ ਦੀ ਕੋਈ ਕਮੀ ਨਹੀਂ। ਉਸੇ ਵੇਲੇ ਉਹਨਾਂ ਨੇ ਦੋਵਾਂ ਜੇਬਾਂ ਦੇ ਵਿੱਚ ਸਿੱਕੇ ਭਰ ਲੈਣੇ। ਸਿੱਕੇ ਭਰ ਕੇ ਉਹਨਾਂ ਨੇ ਫਿਰ ਬੱਚਿਆਂ ਨੂੰ, ਲੋੜਵੰਦ ਬੱਚਿਆਂ ਨੂੰ ਵੰਡਣੇ। ਉਸ ਤੋਂ ਬਾਅਦ ਇੱਕ ਹੋਰ ਉਹਨਾਂ ਦੀ ਮਹਾਨ ਸੇਵਾ ਕੀਤੀ ਹੈ। ਜਦੋਂ ਕਿਸੇ ਰਾਹੀ ਨੂੰ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਆਪ ਜੀ ਨੂੰ ਭਲੀ ਭਾਂਤ ਪਤਾ ਹੈ ਰਾਹੀ ਪੈਦਲ ਹੀ ਚੱਲਦੇ ਸੀ, ਥੋੜ੍ਹਾ ਬਹੁਤ ਸਮਾਨ ਹੁੰਦਾ ਸੀਗਾ। ਜੇ ਕੋਈ ਐਸਾ ਰਾਹੀ ਮੁਸਾਫਰ ਉਹਨਾਂ ਨੇ ਦੇਖਣਾ ਵੀ ਇਹਦੇ ਕੋਲੇ ਬੋਝ ਜ਼ਿਆਦਾ ਹੈ, ਪੰਡ ਭਾਰੀ ਹੈ, ਤਾਂ ਉਹ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਪੈਸੇ ਲਿਆਂ ਉਹਦੀ ਮਦਦ ਕਰਕੇ ਉਹਦੀ ਪੰਡ ਨੂੰ ਉਠਾ ਕੇ ਉਹਦੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਭਾਈ ਕਨਈਆ ਜੀ ਮਦਦ ਕਰਦੇ ਸੀ। ਹਾਲਾਂਕਿ ਉਹਨਾਂ ਉਸਦੇ ਮਾਤਾ ਪਿਤਾ ਨੂੰ ਕਈ ਕੁਝ ਸੁਣਨਾ ਵੀ ਪੈਂਦਾ ਸੀ ਬਈ ਐਡੇ ਅਮੀਰ ਘਰ ਦਾ ਇਹ ਲੜਕਾ ਹੈ, ਐਡਾ ਤੁਹਾਡਾ ਕਾਰੋਬਾਰ ਹੈ, ਫਿਰ ਵੀ ਜਿਹੜਾ ਤੁਹਾਡਾ ਲੜਕਾ ਹੈ ਉਹ ਇਸ ਤਰ੍ਹਾਂ ਦੇ ਕਾਰੋਬਾਰ ਕਰ ਰਿਹਾ, ਬੱਚਿਆਂ ਦੀ ਹੈਲਪ ਕਰ ਰਿਹਾ, ਸੇਵਾ ਕਰ ਰਿਹਾ ਲੋਕਾਂ ਦੀ, ਪਰੰਤੂ ਫਿਰ ਵੀ ਉਹ ਹੱਸ ਕੇ ਟਾਲ ਦਿੰਦੇ ਸੀ, ਕਿਉਂਕਿ ਕਹਿੰਦੇ ਸੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਹੈ ਕਿ ਸੇਵਾ ਕੀ ਹੁੰਦੀ ਹੈ, ਕਿਸੇ ਦੀ ਮਦਦ ਕੀ ਹੁੰਦੀ ਹੈ। ਸੋ ਭਾਈ ਨਨੂਆ ਜੀ ਦੀ ਪ੍ਰੇਰਨਾ ਸਦਕੇ ਭਾਈ ਕਨਈਆ ਜੀ ਅਨੰਦਪੁਰ ਸਾਹਿਬ ਪਹੁੰਚਦੇ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਮੱਥਾ ਟੇਕਦੇ ਨੇ, ਇੰਨੇ ਸਤਿਕਾਰ ਦੇ ਨਾਲ, ਇੰਨੇ ਪਿਆਰ ਦੇ ਨਾਲ ਮੱਥਾ ਟੇਕਿਆ ਤੇ ਗੁਰੂ ਸਾਹਿਬ ਪ੍ਰਸੰਨ ਹੋਏ। ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਉਹਨਾਂ ਦੀ ਸੇਵਾ, ਉਹਨਾਂ ਨੂੰ ਬਖਸ਼ਿਸ਼ ਕੀਤੀ ਜਲ ਦੀ। ਉਸੇ ਵੇਲੇ ਪੁਰਾਤਨ ਸਮੇਂ ਤੋਂ ਜਲ ਦੀ ਸੇਵਾ ਇਹ ਕਰਦੇ ਆ ਰਹੇ। ਸੇਵਾ ਕੀ ਸੀ ਕਿ ਜਦੋਂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੰਗਤਾਂ ਨੂੰ ਉਪਦੇਸ਼ ਕਰਨ ਵਾਸਤੇ, ਸੰਗਤਾਂ ਨੂੰ ਸਿੱਖਿਆ ਦੇਣ ਵਾਸਤੇ, ਸੰਗਤਾਂ ਨੂੰ ਬਚਨ ਸੁਣਾਉਣ ਵਾਸਤੇ ਉੱਥੇ ਬਿਰਾਜਮਾਨ ਹੁੰਦੇ ਸਨ, ਤਾਂ ਉਦੋਂ ਭਾਈ ਕਨਈਆ ਜੀ ਜਲ ਲਿਆ ਕੇ ਉਹਨਾਂ ਦੇ ਚਰਨ ਧੋਣ ਦੀ ਸੇਵਾ ਕਰਦੇ ਹੁੰਦੇ ਸੀ। ਲੰਬਾ ਸਮਾਂ ਇਹ ਸੇਵਾ ਜਾਰੀ ਰਹੀ। ਇੱਕ ਦਿਨ ਕੀ ਹੋਇਆ, ਪਰਮਾਤਮਾ ਦੀ ਕਿਰਪਾ ਐਸੀ ਹੋਈ ਕਿ ਭਾਈ ਕਨਈਆ ਜੀ ਪਾਣੀ ਰਿਆ ਰਹੇ ਨੇ, ਜਲ ਰਿਆ ਰਹੇ ਨੇ, ਤੇ ਗੁਰੂ ਸਾਹਿਬ ਕਹਿੰਦੇ ਹੋਰ ਲਿਆ। ਤੇ ਜਦੋਂ ਫਿਰ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੇ ਸੀਸ ਤੇ ਹੱਥ ਧਰਿਆ ਤੇ ਕਿਹਾ, पुरखा, जिन लोगों को कुछ अपनी और ते परमात्मा ने दिया है उन्होंने औरों साथ बांट खाया है, तुम काहे कोई अकेले खावते हो, धर्मसाल बैठाकर बैठ जाओ, किसी का हृदय प्रसन्न करना, गुरमत की काशी डालना। भाई कन्हैया जी कवा पिंड है पाकिस्तान दे विच, उत्थे जाके उन्होंने गुरु के बचनों ते चलते हुए धर्मशाला बनाई ਅਤੇ ਜੋ ਗੁਰੂ ਸਾਹਿਬ ਦੇ ਬਚਨ ਸੀ, ਕਿਸੇ ਘਰ ਦਾ ਪ੍ਰਸੰਨ ਕਰ ਮੰਨਣਾ, ਗੁਰਮਤਿ ਦੀ ਕਾਸ਼ੀ ਡਾਲਣੀ, ਲੋਕਾਂ ਨੂੰ ਸਿੱਖਿਆ ਦੇ ਕੇ ਪ੍ਰਸੰਨ ਕਰਨਾ ਅਤੇ ਲੋਕਾਂ ਨੂੰ ਗੁਰਮਤਿ ਦੇ ਪਾਸੇ ਵੱਲ ਜਿਹੜੀ ਪ੍ਰੇਰਣਾ ਹੈਗੀ ਉਹ ਕਰਕੇ ਗੁਰੂ ਦੀ ਸਿੱਖਿਆ ਦੇ ਨਾਲ, ਗੁਰੂ ਦੇ ਸਿਧਾਂਤ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਉਹ ਜੋੜਨ ਦਾ ਉਹਨਾਂ ਨੇ ਜਿਹੜਾ ਸਿਲਸਿਲਾ ਹੈ। ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਇਹ ਹੋਈ ਸੀ ਕਿ ਭਾਈ ਕਨਈਆ तेरी सेवा इन्नी महान है, तेरा पंथ चलेगा। आप सब नूं भली भांत पता है कि सेवा पंथी संप्रदा ते अड्डणशाही जिहड़ी संप्रदा है वो भाई कन्हैया जी तो वरसाए हुए। उन्हां गुरमुखां प्यारियां ने पोथियां लिखण दी सेवा, समाज सेवा जिहड़ी वो इन्नी कीती है कि इतिहास दे विच भाई कन्हैया जी दा, भाई अड्डणशाह दा जिहड़ा नाम है वो सुनहरी अखरां दे विच वो चमक रहा है ਅਤੇ ਰਹਿੰਦੀ ਦੁਨੀਆ ਤੱਕ ਇਹ ਜਿਹੜੇ ਨਾਮ
ਸਾਡੇ ਇਤਿਹਾਸ ਦੇ ਵਿੱਚ ਚਮਕਦੇ ਰਹਿਣਗੇ। ਭੁੱਲਾਂ ਚੁੱਕਾਂ ਦੀ ਖਿਮਾ, ਪ੍ਰੇਮ, ਸ਼ਰਧਾ, ਸਤਿਕਾਰ, ਸ਼ਾਦ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੂਬ। ਇੱਕ ਉਤਸ਼ਾਹ ਜਾਗਦਾ ਹੈ ਇਸ ਤਰ੍ਹਾਂ ਦੇ ਵਿਚਾਰ ਸੁਣ ਕੇ। ਥਰੂ ਦਿਸ ਚੈਨਲ ਪ੍ਰਚਾਰ ਦੀ ਇੰਪੋਰਟੈਂਸ ਬਾਰੇ ਬਹੁਤ ਹੀ ਕੀਮਤੀ ਵਿਚਾਰ ਪ੍ਰਿੰਸੀਪਲ ਰਣਜੀਤ ਸਿੰਘ ਜੀ ਸੈਸਕਾਟੂਨ ਵਾਲਿਆਂ ਤੋਂ ਸੁਣ ਰਹੇ ਸੀ। ਜਿਹੜੇ ਵੀ ਪਰਿਵਾਰ ਸਾਡੇ ਗੁਰਗਿਆਨ ਦਾ ਨਗਾਰਾ ਪ੍ਰੋਗਰਾਮ ਦੇਖਦੇ ਹਨ, ਅਸੀਂ ਸਾਰਿਆਂ ਦੇ ਧੰਨਵਾਦੀ ਹਾਂ। Thank you to all the families who are watching the show and giving us loving feedback. ਅਸੀਂ ਵਿਸ਼ੇਸ਼ ਧੰਨਵਾਦੀ ਹਾਂ ਉਹਨਾਂ ਬੱਚਿਆਂ ਦੇ ਅਤੇ ਨੌਜਵਾਨਾਂ ਦੇ ਜਿਹੜੇ ਸਾਡਾ ਇਹ ਸ਼ੋਅ ਦੇਖ ਕੇ ਨੋਟਸ ਬਣਾਉਂਦੇ ਹਨ। And thanks to all those kids who are taking the time to write notes and are paying attention to what is being taught. Another thing I would like to say to all the kids is if you guys could send us the copy of what you guys have written, and once we check that, we will announce your names on the TV channel. ਮੈਂ ਧੰਨਵਾਦੀ ਹਾਂ ਸਾਡੇ ਸਾਰੇ ਸਪੀਕਰਸ ਦੀ, ਸਾਡੇ ਦਰਸ਼ਕਾਂ ਦੀ ਅਤੇ ਸਪਾਂਸਰਸ ਦੀ। ਅਗਲੇ ਹਫਤੇ ਗੁਰਗਿਆਨ ਦਾ ਨਗਾਰਾ ਵਜਾਉਣ ਲਈ ਫੇਰ ਹਾਜ਼ਰ ਹੋਵਾਂਗੀ। ਤਦ ਤੱਕ ਲਈ ਗੁਰੂ ਫਤਿਹ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਾਟੂਨ ਜਾਂ ਰੈਜੀਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ-ਇਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604-760-2643, ਤਾਰਨ 604-897-0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਾਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਾਟੂਨ। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ-ਇਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604-760-2643, ਤਾਰਨ 604-897-0363 ਔਰ ਫਾਲੋ ਅਸ jytroofing.com। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਅੰਮ੍ਰਿਤ ਦਾ
ਸ਼ਬਦ